ਸਤਿ ਸ਼੍ਰੀ ਅਕਾਲ। ਤੁਸੀਂ ਦੇਖ ਰਹੇ ਹੋ ਪੰਜਾਬ ਮੇਲ USA TV। ਮੇਰਾ ਨਾਮ ਜਤਿੰਦਰ ਸਿੰਘ ਖਹਿਰਾ। ਪ੍ਰੋਗਰਾਮ ਖਬਰ ਜੰਕਸ਼ਨ ਲੈ ਕੇ ਹਾਜ਼ਰ ਹਾਂ ਅਸੀਂ, ਜਿੱਥੇ ਅਸੀਂ ਵੱਖਰੀਆਂ ਖਬਰਾਂ ਦੇ ਉੱਤੇ ਕਰਦੇ ਹਾਂ ਚਰਚਾ। ਵੈਸੇ ਚਰਚਾ ਜਿੱਥੋਂ ਵੀ ਫੜ ਲਈਏ ਦਿਮਾਗ ਦਿੱਲੀ ਵੱਲ ਨੂੰ ਦੌੜ ਜਾਂਦਾ ਹੈ। ਅੱਜ ਵੀ ਅਸੀਂ ਦਿੱਲੀ ਦੀ ਗੱਲ ਕਰਾਂਗੇ। ਦਿੱਲੀ ਦੇ ਨਾਲ ਪੰਜਾਬ ਦੀ ਵੀ ਗੱਲ ਹੋਵੇਗੀ ਔਰ ਹਰ ਵਾਰ ਦੀ ਤਰ੍ਹਾਂ ਮੇਰੇ ਨਾਲ ਸਟੂਡੀਓ ਦੇ ਵਿੱਚ ਨੇ ਸੀਨੀਅਰ ਪੱਤਰਕਾਰ ਨਰਿੰਦਰ ਸੱਤੀ ਜੀ। ਤੁਹਾਡਾ ਸਵਾਗਤ ਹੈ ਜੀ। ਅੱਛਾ, ਜਦੋਂ ਵੀ ਗੱਲ ਕਰਨੀ ਆ ਜਿੱਧਰ ਮਰਜ਼ੀ ਗੱਲ ਕਰ ਲਓ, ਪੰਜਾਬੀ ਹੋਣ ਦੇ ਨਾਤੇ ਤੁਸੀਂ ਤੁਹਾਡਾ ਦਿਮਾਗ ਉੱਧਰ ਹੈ, ਖਬਰਾਂ ਵੀ ਤੁਹਾਨੂੰ ਉੱਧਰ ਦੀਆਂ ਹੀ ਲੱਭਦੀਆਂ ਨੇ। ਅਤੇ ਕੱਲ੍ਹ ਜਿਹੜੀ ਸੀਗੀ ਭੁੱਖ ਹੜਤਾਲ, ਆਪਾਂ ਕਹੀਏ ਕਿ ਗੋਦੀ ਮੀਡੀਆ ਦੇ ਵਿੱਚ ਵੀ ਭੁੱਖ ਹੜਤਾਲ ਇਸ ਵਾਰੀ ਛਾਈ ਰਹੀ। ਉਹਨਾਂ ਨੇ ਬੜੀਆਂ ਜਿਹੜੀਆਂ ਹੈਡਲਾਈਨਾਂ ਸੀ ਉਹ ਇਹ ਕਹਿ ਰਹੀਆਂ ਸੀ ਕਿ ਅੰਨਦਾਤਾ ਅੱਜ ਪ੍ਰਤੀਕਾਤਮਕ ਭੁੱਖ ਹੜਤਾਲ 'ਤੇ ਹੈ। ਕਿਤੇ ਨਾ ਕਿਤੇ ਇਹ ਬਹੁਤ ਮੰਦਭਾਗਾ ਹੈ ਕਿ ਉਹ ਇਨਸਾਨ ਜਿਹੜਾ ਪੂਰੀ ਦੁਨੀਆ ਨੂੰ ਜਿਹੜਾ ਹੈ ਫੀਡ ਕਰਦਾ ਹੈ, ਖਿਲਾਉਂਦਾ ਆ, ਉਹ ਭੁੱਖ ਹੜਤਾਲ 'ਤੇ ਆ। ਚਾਹੇ ਭੁੱਖ ਹੜਤਾਲ ਜਿਹੜੀ ਸੀ ਕੁਝ ਘੰਟਿਆਂ ਦੀ ਸੀ, ਇੱਕ ਦਿਨ ਲਈ ਸੀਗੀ, ਪਰ ਫਿਰ ਵੀ ਕਿਤੇ ਨਾ ਕਿਤੇ ਇਹ ਮੰਦਭਾਗੀ ਹੈ, ਪ੍ਰਤੀਕਾਤਮਕ ਹੈ ਔਰ ਮੇਰੇ ਖਿਆਲ ਨਾਲ ਕੇਂਦਰ ਸਰਕਾਰ ਨੂੰ ਇੱਕ ਤਰੀਕੇ ਨਾਲ ਬਹੁਤ ਵੱਡੀ ਲਾਹਨਤ ਹੈ। ਇਹਨੂੰ ਕਿਵੇਂ ਦੇਖਦੇ ਹੋ ਤੁਸੀਂ? ਖਹਿਰਾ ਸਾਹਿਬ, ਇੱਦਾਂ ਆ ਵੀ ਜਿਹੜੇ ਮਸਲੇ ਢਿੱਡ ਦੇ ਹੀ ਹੋਣ ਨਾ ਜੀ, ਉਹ ਜ਼ਿੰਦਗੀ 'ਚ ਨੰਬਰ 1 ਤੇ ਮਸਲੇ ਹੁੰਦੇ ਆ। ਹੁਣ ਇਹ ਢਿੱਡ ਦਾ ਮਸਲਾ ਆ, ਸਾਡੀ ਹੋਂਦ ਦਾ ਮਸਲਾ ਆ ਜੀ। ਆਪਾਂ ਜਿਹੜੇ ਪੰਜਾਬੀ ਆ ਉਹ ਇਸ ਮਸਲੇ ਨੂੰ ਚੁੱਕਣ 'ਚ ਮੋਹਰੀ ਰੋਲ ਅਦਾ ਕੀਤਾ, ਝੰਡਾ ਬਰਦਾਰ ਬਣੇ ਆ ਜੀ। ਅਤੇ ਬਾਕੀ ਦੇਸ਼ ਦੇ ਜਿਹੜੇ ਲੋਕ ਆ ਉਹ ਵੀ ਸਾਡੇ ਮਗਰ ਆਏ ਆ, ਸਹਿਯੋਗ ਦਿੱਤਾ, ਨਾਲ ਖੜ੍ਹੇ ਹੋਏ ਆ ਅਤੇ ਇਕਜੁੱਟਤਾ ਦਾ ਪ੍ਰਗਟਾਵਾ ਕੀਤਾ ਹੈਗਾ। ਜਿਵੇਂ ਤੁਸੀਂ ਕਹਿੰਦੇ ਹੋ ਵੀ ਕੱਲ੍ਹ ਦੀ ਜਿਹੜੀ ਕਿਸਾਨ ਆਗੂਆਂ ਦੀ 32 ਕਿਸਾਨ ਜਥੇਬੰਦੀਆਂ ਦੇ ਆਗੂ ਕੱਲ੍ਹ ਭੁੱਖ ਹੜਤਾਲ 'ਤੇ ਸੀਗੇ। ਉਹਦੇ ਨਾਲ ਜੋਗਿੰਦਰ ਯਾਦਵ ਵਰਗੇ ਜਿਹੜੇ ਆ ਸਵਰਾਜ ਅਭਿਆਨ ਵਾਲੇ ਪ੍ਰਧਾਨ, ਉਹ ਵੀ ਜਿਹੜੇ ਭੁੱਖ ਹੜਤਾਲ 'ਤੇ ਬੈਠੇ ਆ। ਉਹਨਾਂ ਦੇ ਨਾਲ ਹੀ ਜਿਹੜੇ ਅਰਵਿੰਦ ਕੇਜਰੀਵਾਲ ਨੇ, ਦਿੱਲੀ ਦੇ ਮੁੱਖ ਮੰਤਰੀ, ਉਹ ਵੀ ਮਨੀਸ਼ ਸਿਸੋਦੀਆ ਹੋਰਾਂ ਦੇ ਨਾਲ ਆਪਣੇ ਘਰ ਉਹਨਾਂ ਨੇ ਭੁੱਖ ਹੜਤਾਲ ਰੱਖੀ ਆ। ਸੋ ਉਹ ਸਿਰਫ ਕਿਸਾਨਾਂ ਦੇ ਨਾਲ ਸਹਿਮਤੀ ਅਤੇ ਹਮਦਰਦੀ ਪ੍ਰਗਟਾਉਣ ਲਈ ਉਹ ਲੋਕ ਜਿਹੜੇ ਆ ਉਹ ਭੁੱਖ ਹੜਤਾਲ 'ਤੇ ਬੈਠੇ ਆ। ਜਿਵੇਂ ਤੁਸੀਂ ਕਹਿੰਦੇ ਆ ਵੀ ਮੀਡੀਆ ਜਿਹੜਾ ਆ ਉਹਦੇ ਵਿੱਚ ਬੜਾ ਚਰਚਾ ਦਾ ਵਿਸ਼ਾ ਰਿਹਾ। ਮੀਡੀਆ ਦੀ ਕਿਸੇ ਹੱਦ ਤੱਕ ਮਜਬੂਰੀ ਵੀ ਬਣ ਜਾਂਦੀ ਆ ਜੀ, ਭਈ ਉਹਨਾਂ ਨੂੰ ਕਈ ਗੱਲਾਂ ਜਿਹੜੀਆਂ ਉਹ ਮੀਡੀਆ ਸ਼ੋਅ ਨਹੀਂ ਕਰਨਾ ਚਾਹੁੰਦਾ ਹੁੰਦਾ। ਜਿਵੇਂ ਰਵੀਸ਼ ਜੀ ਦੇ ਸ਼ਬਦਾਂ 'ਚ ਜਿਹੜਾ ਗੋਦੀ ਮੀਡੀਆ ਆ ਉਹ ਬਿਲਕੁਲ ਨਹੀਂ ਦਿਖਾਉਣਾ ਚਾਹੁੰਦਾ, ਕਿਸਾਨਾਂ ਦੇ ਸੰਘਰਸ਼ ਨੂੰ ਉਭਾਰ ਕੇ ਨਹੀਂ ਪੇਸ਼ ਕਰਦਾ। ਉਭਾਰ ਕੇ ਪੇਸ਼ ਕਰਨਾ ਤਾਂ ਦੂਸਰੀ ਗੱਲ ਆ, ਘੱਟੋ ਘੱਟ ਜੋ ਕਰ ਰਹੇ ਆ ਉਹਨੂੰ ਉਨੀ ਕੁ ਰਿਪੋਰਟਿੰਗ ਕਰਨੀ ਵੀ ਜਿਹੜੀ ਆ ਉਹਨੂੰ ਗਵਾਰਾ ਨਹੀਂ। ਪਰ ਉਹਦੇ ਦੋਹਰੇ ਮਾਪਦੰਡ ਦੇਖੋ ਭਈ, ਜਿਵੇਂ GTV ਆ, ਉਹ ਜੋ ਕੁਛ ਉੱਥੇ ਕਹਿ ਰਿਹਾ ਦਿੱਲੀ, ਉਹਦਾ ਜਿਹੜਾ ਪੰਜਾਬੀ ਚੈਨਲ ਆ ਉਹ ਕੁਛ ਹੋਰ ਕਹਿ ਰਿਹਾ, ਕਿਉਂਕਿ ਇੱਥੇ ਉਹਨਾਂ ਦੀ ਲੋੜ ਹੈ। ਭਾਸਕਰ, ਜਿਹੜੀ ਦੈਨਿਕ ਭਾਸਕਰ ਵੱਡੀ ਅਖਬਾਰ ਆ, ਉਹ ਵੀ ਇੱਕ ਤਰ੍ਹਾਂ ਦੀ ਗੋਦੀ ਮੀਡੀਆ ਆ ਔਰ ਉਹਨਾਂ ਦੇ ਮਾਲਕ ਵੀ ਜਿਹੜੇ ਆ ਉਹ ਕੇਂਦਰੀ ਹਕੂਮਤ ਦੇ ਹਮਾਇਤੀ ਆ ਜੀ। ਉਹ ਦਿੱਲੀ ਦਾ ਐਡੀਸ਼ਨ ਉਹਨਾਂ ਦਾ ਹੋਰ ਗੱਲਾਂ ਕਰਦਾ, ਪੰਜਾਬ ਦਾ ਐਡੀਸ਼ਨ ਜਿਹੜਾ ਪੰਜਾਬ ਦੇ ਵਿੱਚ ਭਾਸਕਰ ਦਾ, ਉਹ ਜਿਹੜਾ ਆ ਉਹ ਪੰਜਾਬ ਦੇ ਹੱਕਾਂ ਦੀ ਗੱਲ ਕਰਦਾ, ਬਲਕਿ ਬੜੀ ਚੰਗੀ ਤਰ੍ਹਾਂ ਪੇਸ਼ ਕਰਦਾ। ਇਹ ਉਹਨਾਂ ਦੀਆਂ ਜਿਹੜੀਆਂ ਵਿਚਾਰਧਾਰਕ ਅਤੇ ਜਿਹੜੀਆਂ ਕਾਰੋਬਾਰੀ ਮਜਬੂਰੀਆਂ ਨੇ। ਸੋ ਕੱਲ੍ਹ ਦਾ ਜਿਹੜਾ ਹੜਤਾਲ ਸੀ, ਆਪਾਂ ਉਹਦੇ 'ਤੇ ਮੁੜਦੇ ਹਾਂ। ਕੱਲ੍ਹ ਕਿਸਾਨ ਧਿਰਾਂ ਨੇ ਅਰਦਾਸ ਕੀਤੀ ਔਰ ਜਿਹੜੀਆਂ ਜ਼ਮੀਨਾਂ ਆ ਉਹ ਕਾਰਪੋਰੇਟ ਘਰਾਣਿਆਂ ਦੇ ਹੱਥਾਂ 'ਚ ਨਾ ਜਾਣ ਦੇਣ ਦਾ ਅਹਿਦ ਜਿਹੜਾ ਆ ਉਹ ਕੀਤਾ। ਮੁੜ ਕੇ ਉਹਦੇ 'ਤੇ ਪਹਿਰਾ ਦੇਣ ਦੀ ਜਿਹੜੀ ਆ ਗੱਲ ਕੀਤੀ। ਕਿਸਾਨਾਂ ਨੇ, ਆਗੂਆਂ ਨੇ ਨੌਜਵਾਨਾਂ ਨੂੰ ਸੁਚੇਤ ਕੀਤਾ ਵੀ ਆਪਾਂ ਜਿਹੜਾ ਸੰਘਰਸ਼ ਆ ਉਹਨੂੰ ਲੀਹੋਂ ਨਹੀਂ ਲਾਉਣ ਦੇਣਾ, ਉਹਦੇ 'ਚ ਜਿਹੜਾ ਕੋਈ ਤੱਤੀ ਗੱਲ ਨਹੀਂ ਕਰਨੀ ਹੈਗੀ। ਠੀਕ ਹੈ, ਥੋੜ੍ਹਾ ਬਹੁਤ ਕੱਲ੍ਹ ਇੱਕ ਆਗੂ ਜਿਵੇਂ ਬਲਬੀਰ ਸਿੰਘ ਰਾਜੇਵਾਲ ਹੋਰੀ, ਉਹਨਾਂ ਦੇ ਕੁਛ ਗੱਲਾਂ ਦਾ ਕੁਝ ਧਿਰਾਂ ਨੇ ਬੁਰਾ ਵੀ ਮਨਾਇਆ। ਉਹਨਾਂ ਨੇ ਮਾਫੀ ਵੀ ਮੰਗੀ। ਉਹਨਾਂ ਨੇ ਇਹ ਵੀ ਕਿਹਾ ਵੀ ਮੈਂ 5 ਬਾਣੀਆਂ ਦਾ ਪਾਠ ਕਰਕੇ ਘਰੋਂ ਨਿਕਲਣ ਵਾਲਾ ਬੰਦਾ ਹੈਗਾ ਵੀ ਜੇ ਕਿਸੇ ਧਿਰ ਨੂੰ ਮੇਰੀ ਗੱਲ ਦੇ ਨਾਲ ਦੁੱਖ ਪਹੁੰਚਿਆ ਹੋਵੇ ਤਾਂ ਮੈਂ ਮਾਫੀ ਮੰਗਦਾ ਜੀ। ਇਹੋ ਜਿਹਾ ਦਾਨਸ਼ਵਰ ਆਗੂ ਜਦੋਂ ਮਾਫੀ ਮੰਗਦਾ ਤਾਂ ਉਹਦਾ ਜਿਹੜਾ ਅਰਥ ਹੈ ਉਹ ਸਾਨੂੰ ਚੰਗੇ ਸ਼ਬਦਾਂ 'ਚ ਹੀ ਲੈਣਾ ਚਾਹੀਦਾ। ਸਾਨੂੰ ਸਕਾਰਾਤਮਕ ਢੰਗ ਦੇ ਨਾਲ ਮਤਲਬ ਉਹਦੇ ਅਰਥ ਕੱਢਣੇ ਚਾਹੀਦੇ ਆ। ਸਾਡੇ ਦੇਖਣ ਵਾਲਿਆਂ ਨੂੰ ਵੀ ਦੱਸ ਦਈਏ ਕਿ ਕਿਤੇ ਨਾ ਕਿਤੇ ਦੇਖੋ, ਇਸ ਟਾਈਮ ਜਿਹੜੀ ਲੋੜ ਹੈ ਉਹ ਇੱਕ ਹੋਣ ਦੀ ਲੋੜ ਹੈ।
ਸੋ ਅਸੀਂ ਬਲਬੀਰ ਸਿੰਘ ਰਾਜੇਵਾਲਾ ਨੇ ਜੋ ਵੀ ਕਿਹਾ, ਚਾਹੇ ਕਿਸੇ ਤਰੀਕੇ ਦਾ ਵੀ ਕੋਈ ਮਤਲਬ ਹੋਵੇ, ਜਦੋਂ ਆ ਕੇ ਉਹਨਾਂ ਨੇ ਮਾਫੀ ਮੰਗ ਲਈ ਹੈ ਔਰ ਬਾਰ-ਬਾਰ ਉਹ ਆਪਣੀ ਗੱਲ ਦੀ ਜਿਹੜੀ ਹੈ ਵਿਸਥਾਰਪੂਰਵਕ ਤੁਹਾਨੂੰ ਦੱਸ ਰਹੇ ਨੇ ਕਿ ਉਹਨਾਂ ਦਾ ਮਤਲਬ ਕੁਝ ਇਹ ਨਹੀਂ ਸੀਗਾ, ਮਤਲਬ ਕੁਝ ਹੋਰ ਸੀਗਾ। ਤੇ ਮੈਨੂੰ ਲੱਗਦਾ ਕਿ ਫਿਰ ਸਤੀ ਸਾਹਿਬ ਉਹ ਅਹਿਮੀਅਤ ਜਿਹੜੀ ਹੈ ਉਹ ਸਾਨੂੰ ਸਾਡੇ ਸੰਘਰਸ਼ ਨੂੰ ਦੇਣੀ ਚਾਹੀਦੀ ਹੈ। ਬਿਲਕੁਲ, ਉਹਨਾਂ ਨੇ ਇਹੀ ਕਿਹਾ ਵੀ ਸਾਨੂੰ ਜਿਹੜਾ ਆਪਣਾ ਸਾਰਾ ਧਿਆਨ ਹੈ ਉਹ ਕਿਸਾਨੀ ਮੁੱਦਿਆਂ ਤੇ ਸੰਘਰਸ਼ ਨੂੰ ਕੇਂਦਰਿਤ ਕਰਨਾ ਚਾਹੀਦਾ ਹੈਗਾ। ਇਹਦੇ ਵਿੱਚ ਤਾਂ ਕੋਈ ਬੁਰੀ ਗੱਲ ਨਹੀਂ ਹੈਗੀ। ਤਾਂ ਦੂਸਰਾ ਰਾਜੇਵਾਲ ਸਾਹਿਬ ਨੇ ਕਿਹਾ ਵੀ ਇੱਕ ਤਰ੍ਹਾਂ ਦਾ ਅਸੀਂ ਜਿਹੜੀ ਅੱਜ ਦੀ ਹੜਤਾਲ ਹੈ, ਇਹ ਜਿਹੜੀ ਭੁੱਖ ਹੜਤਾਲ ਉਹਨਾਂ ਨੇ ਕੀਤੀ ਆ, ਵੀ ਅਸੀਂ ਕੇਂਦਰ ਨੂੰ ਇੱਕ ਨਿੱਗਰ ਸੁਨੇਹਾ ਦਿੱਤਾ ਤੇ ਨਾਲ ਹੀ ਅਸੀਂ ਸੰਕੇਤ ਵੀ ਦਿੱਤਾ ਹੈਗਾ ਵੀ ਭਾਈ ਇਹ ਜਿਹੜੀ ਸਾਡੀ ਅੱਜ ਦੀ ਹੜਤਾਲ ਆ, ਇਹ ਇਸ ਗੱਲ ਵੱਲ ਸੰਕੇਤ ਕਰਦੀ ਆ ਵੀ ਜਿਹੜਾ ਸਾਡਾ ਆਉਣ ਵਾਲਾ ਪ੍ਰੋਗਰਾਮ ਆ ਉਹ ਜਿਹੜਾ ਸੰਘਰਸ਼ ਦਾ ਮਤਲਬ ਆਉਂਦੇ ਦਿਨਾਂ ਦੇ ਵਿੱਚ ਸੰਘਰਸ਼ ਇਹ ਤੋਂ ਤੇਜ਼ ਹੋ ਸਕਦਾ ਔਰ ਇਹ ਜਿਹੜਾ ਹੋਰ ਵੀ ਵੱਡੇ ਪੱਧਰ ਤੇ ਜਿਹੜਾ ਫੈਲੇਗਾ। ਅੱਛਾ, ਤੁਸੀਂ ਜਦੋਂ ਗੱਲ ਕਰ ਰਹੇ ਹੋ ਕਿ ਚਲੋ ਸਾਨੂੰ ਜਿਹੜਾ ਹੈ ਇੱਦਾਂ ਦੀਆਂ ਗੱਲਾਂ ਤੇ ਧਿਆਨ ਨਹੀਂ ਦੇਣਾ ਚਾਹੀਦਾ, ਫਿਰ ਇੱਕ ਗੱਲ ਇਹ ਵੀ ਆਉਂਦੀ ਹੈ ਕਿ ਕੱਲ ਜਿਹੜੀ ਸੀ ਅਸੀਂ ਵੀ ਡਿਸਕਸ਼ਨ ਕਰਦੇ ਸੀਗੇ ਕਿ ਕੈਪਟਨ ਅਮਰਿੰਦਰ ਹੁਣਾਂ ਨੇ ਜਿਹੜਾ ਹੈ ਉਹ ਇੱਕ ਵਾਰ ਫਿਰ ਤੋਂ ਟਵੀਟ ਕੀਤਾ ਸੀਗਾ, ਕੇਜਰੀਵਾਲ ਨੇ ਵੀ ਕਿਹਾ ਕਿ ਇਹ ਕਿਤੇ ਨਾ ਕਿਤੇ ਇਹਨਾਂ ਨੇ ਈਡੀ ਤੋਂ ਡਰਦਿਆਂ ਸਮਝੌਤਾ ਕਰ ਲਿਆ। ਅੱਛਾ, ਮੈਨੂੰ ਲੱਗਦਾ ਕਿ ਇੱਦਾਂ ਦੀਆਂ ਗੱਲਾਂ ਤੇ ਵੀ ਹਲੇ ਡਿਸਕਸ਼ਨ ਜਿਹੜੀ ਆ ਉਹ ਨਹੀਂ ਹੋਣੀ ਚਾਹੀਦੀ, ਤੇ ਇਹਦੇ ਉੱਤੇ ਤੁਹਾਡਾ ਕੀ ਕਹਿਣਾ ਹੈ? ਦੇਖੋ, ਇਹ ਹੁਣ ਜਿਹੜਾ ਸਮਾਂ ਆ ਨਾ ਬੜਾ ਮਤਲਬ ਗੰਭੀਰ ਸਮਾਂ ਲੰਘ ਰਿਹਾ, ਸਖਤ ਸਮਿਆਂ 'ਚੋਂ ਆਪਾਂ ਲੰਘ ਰਹੇ ਹਾਂ, ਬਲਕਿ ਮਾੜੇ ਸਮਿਆਂ 'ਚੋਂ ਲੰਘ ਰਹੇ ਹਾਂ। ਤੇ ਇਹ ਸਮਾਂ ਇੱਕ ਦੂਸਰੇ ਤੇ ਸਿਆਸੀ ਦੁਸ਼ਮਣਬਾਜ਼ੀ ਜਾਂ ਨਿੱਜੀ ਹਮਲੇ ਜਿਹੜੇ ਆ, ਜਿਹਨੂੰ ਆਪਾਂ ਕਰੈਕਟਰ ਅਸੈਸੀਨੇਸ਼ਨ ਕਹਿੰਦੇ ਆ ਅੰਗਰੇਜ਼ੀ 'ਚ, ਪਈ ਜਿਹੜਾ ਕਿਸੇ ਦੇ ਕਿਰਦਾਰ ਕੁਸ਼ੀ ਕਰਨੀ ਹੈ ਨਾ, ਕਿਸੇ ਦੇ ਕਿਰਦਾਰ ਨੂੰ ਨੀਵਾਂ ਦਿਖਾਉਣਾ ਜਾਂ ਉਲ ਜਲੂਲ ਗੱਲਾਂ ਕਰਨ ਦਾ ਸਮਾਂ ਨਹੀਂ। ਇਹ ਸਮਾਂ ਸਾਰੇ ਪੰਜਾਬੀਆਂ ਦਾ, ਸਾਰੇ ਦੇਸ਼ ਵਾਸੀਆਂ ਦਾ ਇਕਜੁੱਟ ਹੋ ਕੇ ਕੇਂਦਰ ਦੇ ਜਿਹੜੇ ਕਾਲੇ ਕਾਨੂੰਨ ਹੈਗੇ ਆ, ਖੇਤੀ ਕਾਨੂੰਨ, ਉਹਨਾਂ ਖਿਲਾਫ ਸੰਘਰਸ਼ ਕਰਨ ਦਾ ਔਰ ਉਸ ਸੰਘਰਸ਼ ਨੂੰ ਠੀਕ ਲੀਹਾਂ ਤੇ ਰੱਖਣ ਦਾ ਸਮਾਂ ਹੈ। ਅੱਛਾ, ਰਵਨੀਤ ਬਿੱਟੂ ਬਾਰ-ਬਾਰ ਆਉਂਦੇ ਨੇ, ਬਾਰ-ਬਾਰ ਉਹ ਕਹਿ ਰਹੇ ਨੇ ਕਿ ਭਾਈ ਜੋ ਮਰਜ਼ੀ ਤੁਸੀਂ ਕਰ ਲਓ। ਇੱਕ ਬੰਦੇ ਉਹ ਕਹੀ ਜਾਂਦੇ ਕਿ ਮੈਂ ਤਾਂ ਤੁਹਾਡੇ ਨਾਲ ਖੜਾ ਹਾਂ, ਮਤਲਬ ਉਹ ਕਿਸਾਨਾਂ ਨੂੰ ਕਹਿੰਦੇ ਆ ਕਿ ਮੈਂ ਤੁਹਾਡੇ ਨਾਲ ਖੜਾ ਹਾਂ। ਦੂਸਰੇ ਬੰਨੇ ਉਹ ਗੱਲ ਕਰਦੇ ਆ ਕਿ ਭਾਈ ਦੇਖੋ, ਇਹ ਗੱਲ ਤੁਸੀਂ ਚਾਹੇ ਜਿੱਥੇ ਮਰਜ਼ੀ ਨਿਬੇੜ ਲਓ, ਇਹ ਨਿਬੜਨੀ ਤਾਂ ਸਾਡੇ ਥਰੂ ਹੀ ਆ। ਜਿੱਦਾਂ ਹੈਕੜਬਾਜ਼ੀ ਹੁੰਦੀ ਨਾ ਕਿ ਤੁਸੀਂ ਮੋੜ ਘੜ ਕੇ ਭਾਈ ਆਉਣਾ ਤਾਂ ਸਾਡੇ ਕੋਲ ਹੀ ਆ, ਗੱਲ ਅਸੀਂ ਉਹ ਹੀ ਨਿਬੇੜਨੀ ਆ, ਚਾਹੇ ਜੋ ਮਰਜ਼ੀ ਕਰੀ ਜਾਓ। ਉਹਨਾਂ ਨੇ ਲਗਾਤਾਰ ਕਿਸਾਨ ਜਥੇਬੰਦੀਆਂ ਨੂੰ ਇਹ ਜਿਹੜਾ ਸੁਨੇਹਾ ਦੇ ਰਹੇ। ਰਵਨੀਤ ਬਿੱਟੂ ਹੋਰੀ ਬੜਾ ਕੁਛ ਬੋਲਦੇ ਆ। ਹਾਲੇ ਬੀਤੇ ਦਿਨੀ ਉਹ ਆਪਣੇ ਆਗੂ ਕੈਪਟਨ ਅਮਰਿੰਦਰ ਸਿੰਘ ਹੋਰਾਂ ਦੇ ਵੀ ਖਿਲਾਫ ਬੋਲਦੇ ਸੁਣੇ ਗਏ ਆ, ਪਰ ਉਹਨਾਂ ਨੂੰ ਸ਼ਾਇਦ ਬਲਬੀਰ ਸਿੰਘ ਰਾਜੇਵਾਲ ਦੀ ਨਸੀਹਤ ਵੀ ਉਹਨਾਂ ਤੱਕ ਪੁੱਜੀ ਹੋਵੇਗੀ ਭਈ ਸਰਦਾਰ ਬੇਅੰਤ ਸਿੰਘ ਦੀ, ਉਹਨਾਂ ਦੇ ਦਾਦਾ ਜੀ ਦੀ ਤਾਂ ਕੋਈ ਕੁਰਬਾਨੀ ਹੋ ਸਕਦੀ ਆ ਦੇਸ਼ ਲਈ, ਬਾਕੀ ਟੱਬਰ ਦੀ ਕੀ ਕੁਰਬਾਨੀ ਆ? ਬਾਕੀਆਂ ਨੇ ਤਾਂ ਉਹਦੀ ਕੁਰਬਾਨੀ ਦਾ ਲਾਹਾ ਲੈ ਕੇ ਆਪਣੀਆਂ ਰੋਟੀਆਂ ਜਿਹੜੀਆਂ ਆ ਉਹ ਸੇਕੀਆਂ ਹੈਗੀਆਂ। ਤਾਂ ਹਾਲੇ ਕਾਤੀਆ ਕਾਂਡ ਲੋਕਾਂ ਨੂੰ ਭੁੱਲਿਆ ਨਹੀਂ ਜਿਹੜਾ ਚੰਡੀਗੜ੍ਹ ਦੇ ਵਿੱਚ ਹੁੰਦਾ ਫਰਾਂਸ ਦੀ ਕੁੜੀ ਦੇ ਨਾਲ। ਸੋ ਰਵਨੀਤ ਬਿੱਟੂ ਹੋਰੀ ਹਾਲੇ ਸਿਆਸੀ ਤੌਰ ਤੇ ਜਿਵੇਂ ਇੱਕ MP ਨੂੰ ਬਿਹੇਵ ਕਰਨਾ ਚਾਹੀਦਾ ਉਹ ਉਸ ਤਰ੍ਹਾਂ ਨਹੀਂ ਕਰ ਰਹੇ ਹਨ। ਸੋ ਉਹਨਾਂ ਨੂੰ ਘੱਟੋ ਘੱਟ ਰਾਜੇਵਾਲ ਸਾਹਿਬ ਦੀ ਗੱਲ ਜਿਹੜੀ ਆ ਉਹ ਗੌਰ ਲੈਣੀ ਚਾਹੀਦੀ ਹੈ। ਮੈਨੂੰ ਲੱਗਦਾ ਹੁੰਦਾ ਕਿਤੇ ਨਾ ਕਿਤੇ ਸਤੀ ਸਾਹਿਬ, ਉਹ ਉਹਨਾਂ ਨੂੰ ਲੱਗਦਾ ਕਿ ਭਾਈ ਸਾਨੂੰ ਜਿਹੜਾ ਹੈ ਇਹਨਾਂ ਤੋਂ ਪਰੇ ਰੱਖਿਆ ਜਾ ਰਿਹਾ, ਸਾਡੀ ਕੋਈ ਮਾਈਲੇਜ ਨਹੀਂ ਸਾਨੂੰ ਮਿਲ ਰਹੀ, ਕਿਉਂਕਿ ਉਹਨਾਂ ਦੇ ਬਿਆਨ ਲਗਾਤਾਰ ਇੱਦਾਂ ਦੇ ਆਉਂਦੇ ਕਿ ਭਾਈ ਸਾਡੇ ਹੇਠ ਦੀ ਲੰਘਣਾ ਹੈ ਪਾਣੀ, ਤਾਂ ਪਾਣੀ ਤਾਂ ਇਸ ਪੁਲਾਂ ਥੜੀ ਹੇਠ ਲੰਘਣਾ ਆ। ਉਹਨਾਂ ਨੇ ਇਹ ਵੀ ਕਿਹਾ ਕਿ ਲੋਕਤੰਤਰ ਦੀ ਲੜਾਈ ਜਿਹੜੀ ਆ ਉਹ ਮਤਲਬ ਪਾਰਲੀਮੈਂਟ ਤੋਂ ਥਰੂ ਜਾਂਦੀ ਹੈ। ਅਗਲੇ ਦਿਨ ਇਹ ਵੀ ਕਹਿੰਦੇ ਸੀ ਵੀ ਉਹੋ ਜੀ ਲੋਕਾਂ ਨੂੰ, ਆਗੂਆਂ ਨੂੰ ਕੈਪਟਨ ਸਾਹਿਬ ਕੋਲ ਕਿਉਂ ਨਹੀਂ ਉਹ ਆਏ ਵੀ ਕੈਪਟਨ ਸਾਹਿਬ ਉਹਨਾਂ ਦੀ ਗੱਲ ਕਰਦੇ। ਸੋ ਇਹ ਜਿਹੜੀਆਂ ਨਾ ਇਹ ਗੱਲਾਂ ਇਹ ਬਿਲਕੁਲ ਅਰਥਹੀਣ ਗੱਲਾਂ ਮੌਜੂਦਾ ਸੰਦਰਭ 'ਚ। ਸੋ ਉਹਨਾਂ ਨੂੰ ਘੱਟੋ ਘੱਟ ਇਸ ਸਮੇਂ ਕੋਈ ਵੀ ਬਿਆਨ ਦਿੰਦੇ ਆ ਤਾਂ ਉਹ ਸੋਚ ਸਮਝ ਕੇ ਦੇਣਾ ਚਾਹੀਦਾ। ਅੱਛਾ, ਫਿਰ ਸਾਡੇ ਦੇਖਣ ਵਾਲਿਆਂ ਨੂੰ ਇਹ ਦੱਸ ਦਈਏ ਕਿ ਕਿਉਂਕਿ ਇਸ ਟਾਈਮ ਜਿਹੜਾ ਅਹਿਮ ਮੁੱਦਾ ਹੈ ਉਹ ਸਾਡੇ ਲਈ ਕੇਂਦਰੀ ਮੁੱਦਾ ਚਾਹੇ ਲੋ ਕਹਿ ਲਈਏ, ਉਹ ਹੈ ਕਿਸਾਨ ਸੰਘਰਸ਼, ਕਿਸਾਨ ਅੰਦੋਲਨ ਹੈ। ਇੱਦਾਂ ਦੀਆਂ ਗੱਲਾਂ ਦਾ ਸਤੀ ਸਾਹਿਬ ਮੈਨੂੰ ਲੱਗਦਾ ਕਿ ਹਲੇ ਤੱਕ ਸਾਨੂੰ ਕੋਈ ਵਿਚਾਰ ਵਟਾਂਦਰਾ ਵੀ ਨਹੀਂ ਕਰਨਾ ਚਾਹੀਦਾ, ਕਿਉਂਕਿ ਇਹ ਜਿਹੜੇ ਲੋਕ ਨੇ ਇਹ ਪੋਲੀਟੀਕਲ ਮਾਈਲੇਜ ਲੈਣ ਨੂੰ ਫਿਰਦੇ ਨੇ। ਤੇ ਇਹਨਾਂ ਨੂੰ ਜਿੰਨਾ ਅਸੀਂ ਜਿਵੇਂ ਕਿਸਾਨ ਜਥੇਬੰਦੀਆਂ ਦਾ ਇੱਕ ਬਹੁਤ ਵਧੀਆ ਫੈਸਲਾ ਆ ਕਿ ਇਹਨਾਂ ਨੂੰ ਜਿਹੜਾ ਹੈ ਉਹਨਾਂ ਨੇ ਉਸ ਮੰਚ ਤੋਂ ਦੂਰ ਰੱਖਿਆ। ਉਹਨਾਂ ਨੇ ਨਵਰੀਤ ਬਿੱਟੂ ਹੋਰਾਂ ਨੇ ਇਹ ਵੀ ਗੱਲ ਕਹੀ ਵੀ ਕੌਣ ਹੁੰਦੇ ਨੇ ਕਿਸਾਨ ਆਗੂ ਜਿਹੜੇ ਮੰਚ ਤੋਂ ਸਾਨੂੰ ਦੂਰ ਰੱਖਦੇ ਨੇ। ਉਹਨਾਂ ਨੇ ਕਿਹਾ ਰੜਕਦੀ ਹੈ ਗੱਲ। ਖੈਰਾ ਸਾਹਿਬ ਗੱਲ ਇਹ ਆ ਵੀ ਤੁਸੀਂ ਸੋਸ਼ਲ ਮੀਡੀਆ ਦੇ ਵੱਖ-ਵੱਖ ਪਲੇਟਫਾਰਮਸ 'ਤੇ, ਚਾਹੇ ਉਹ ਟਵਿੱਟਰ ਹੈ, ਫੇਸਬੁੱਕ ਆ, ਵਟਸਐਪ ਹੈ, ਉਹਦੇ 'ਤੇ ਬਹੁਤੀਏ ਜਿਹੜੇ ਬੁੱਧੀਮਾਨ ਲੋਕ ਆ ਜਾਂ ਬੁੱਧੀਜੀਵੀ ਵਰਗ ਆ ਜਾਂ ਦਾਨਸ਼ਵਰ ਲੋਕ ਆ, ਉਹ ਰੋਜ਼ ਇਹੀ ਸੁਨੇਹਾ ਦਿੰਦੇ ਆ
ਵੀ ਭਾਈ ਇਹ ਸਮਾਂ ਜਿਹੜਾ ਆ ਇੱਕ ਦੂਸਰੇ ਤੇ ਦੂਸ਼ਣ ਲਾਉਣ ਦਾ ਨਹੀਂ, ਇਹ ਕੌਣ ਚੰਗਾ ਕੌਣ ਮਾੜਾ, ਕਿਹਨੇ ਕੀ ਕੀਤਾ, ਇਹ ਇਕਜੁੱਟ ਹੋਣ ਦਾ ਸਮਾਂ ਆ, ਤਾਂ ਕਿ ਕੇਂਦਰ ਨੂੰ ਪਤਾ ਲੱਗੇ ਵੀ ਲੋਕ ਜਿਹੜਾ ਇਹ ਸੰਘਰਸ਼ ਇਸ ਵੇਲੇ ਲਹਿਰ ਬਣ ਚੁੱਕੀ ਆ, ਕਿਸਾਨਾਂ ਦਾ ਅੰਦੋਲਨ ਜਿਹੜਾ ਆ ਉਹਦੇ ਵਿੱਚ ਹਰ ਵਰਗ ਦੇ ਲੋਕ ਸ਼ਾਮਲ ਹੋ ਰਹੇ ਆ, ਵੀ ਆਪਾਂ ਉਸ ਸੰਘਰਸ਼ ਨੂੰ ਠੀਕ ਲੀਹਾਂ ਤੇ ਰੱਖਣਾ, ਉਹਨੂੰ ਆਪਾਂ ਸਿਰੇ ਲਾਉਣਾ ਔਰ ਕੇਂਦਰ ਨੂੰ ਝੁਕਾਉਣਾ ਆ। ਗੱਲ ਤਾਂ ਇੱਥੇ ਖੜੀ ਆ ਨਾ। ਸੋ ਇਹ ਸਮਾਂ ਜਿਹੜਾ ਆ ਇਹ ਇੱਕ ਦੂਸਰੇ ਦੀਆਂ ਲੱਤਾਂ ਖਿੱਚਣ ਵਾਲਾ ਜਾਂ ਇੱਕ ਦੂਸਰੇ ਦਾ ਜਿਹੜਾ ਉਹ ਮੈਂ ਪਹਿਲਾਂ ਕਿਹਾ ਵੀ ਕਰਤਾਰ ਕੁਸ਼ੀ ਵਾਲਾ ਸਮਾਂ ਨਹੀਂ ਹੈਗਾ। ਅੱਛਾ ਚਲੋ ਇਹ ਵੀ ਗੱਲ ਠੀਕ ਹੈ ਤੁਹਾਡੀ ਕਿ ਆਪਾਂ ਨੂੰ ਨਹੀਂ ਕਰਨਾ ਚਾਹੀਦਾ, ਇਹਨਾਂ ਦੇ ਉੱਤੇ ਡਿਸਕਸ਼ਨ ਹੀ ਨਹੀਂ ਕਰਨੀ ਚਾਹੀਦੀ। ਪਰ ਕੱਲ੍ਹ ਜਿਹੜੀਆਂ ਫੋਟੋਆਂ ਆਪਾਂ ਵਾਇਰਲ ਹੁੰਦਿਆਂ ਦੇਖੀਆਂ ਕਿ ਕਹਿੰਦੇ ਜੀ 10 ਕਿਸਾਨ ਜਥੇਬੰਦੀਆਂ ਦੇ ਆਗੂ ਆ ਗਏ ਆ, ਉਹਨਾਂ ਨੇ ਪੱਤਰ ਵੀ ਕਹਿ ਦਿੱਤਾ ਕਿ ਅਸੀਂ ਇਸ ਜਿਹੜੀ ਅਮੈਂਡਮੈਂਟ ਆ ਜਾਂ ਇਸ ਐਕਟ ਦਾ ਜਿਹੜਾ ਹੈ ਹਮਾਇਤ ਕਰਦੇ ਹਾਂ। ਉਹਨੂੰ ਕਿਵੇਂ ਦੇਖਦੇ ਹੋ? ਕੱਲ੍ਹ ਬੜੀਆਂ ਫੋਟੋਆਂ ਜਿਹੜੀਆਂ ਅਮਿਤ ਸ਼ਾਹ ਹੋਣਾ ਦੇ ਨਾਲ ਅਸੀਂ ਦੇਖ ਰਹੇ ਸੀ ਬਾਰ-ਬਾਰ ਗੋਦੀ ਮੀਡੀਆ ਤੇ ਆ ਰਹੀਆਂ। ਹਾਂਜੀ, ਉਹ ਇਸ ਤਰ੍ਹਾਂ ਆ ਵੀ ਭਾਰਤੀ ਕਿਸਾਨ ਸੰਘ ਤੇ ਸਵਦੇਸ਼ੀ ਜਾਗਰਣ ਮੰਚ, ਇਹ RSS ਦੇ ਕਿਸਾਨ ਵਿੰਗ ਆ। ਉਹ ਦੇਖੋ ਜਦੋਂ ਤੋਂ ਇਹ ਸੰਘਰਸ਼ ਚੱਲ ਰਿਹਾ ਉਹਨੂੰ ਤਾਰ ਪੀਡੋ ਕਰਨ ਦੀਆਂ ਜਿਹੜੀਆਂ ਕੋਸ਼ਿਸ਼ਾਂ ਹੋ ਰਹੀਆਂ ਹੈਗੀਆਂ, ਤੇ ਉਹ ਵੀ ਇੱਕ ਇਹਨਾਂ ਕੋਸ਼ਿਸ਼ਾਂ ਦਾ ਹੀ ਹਿੱਸਾ ਆ ਵੀ ਕਦੀ ਉਹ ਅਮਿਤ ਸ਼ਾਹ ਨੂੰ ਮਿਲਦੇ ਨੇ, ਕਦੀ ਨਰਿੰਦਰ ਤੋਮਰ ਨੂੰ ਮਿਲਦੇ ਨੇ, ਕਦੀ 10 ਕਿਸਾਨ ਉੱਧਰੋਂ ਆ ਰਹੇ, ਕਦੀ 10 ਕਿਸਾਨ ਉੱਧਰੋਂ ਆ ਰਹੇ ਆ। ਵਿੱਚ ਇਹੋ ਜਿਹੀ ਵੀ ਗੱਲ ਫਲੋਟ ਕੀਤੀ ਜਾ ਰਹੀ ਆ ਵੀ ਜਿਹੜੇ ਇਹਨਾਂ ਦੇ ਹੋਰ ਜਿਹੜੇ ਆਗੂ ਨੇ ਉਹਨਾਂ ਨੂੰ ਇਹ ਸ਼ਾਇਦ ਇਹਦੇ ਵਿੱਚ ਰਲਾਉਣਾ ਚਾਹੁੰਦੇ ਨੇ ਸੰਘਰਸ਼ ਦੇ ਵਿੱਚ। ਇਹ ਸਾਰੀਆਂ ਸੰਘਰਸ਼ ਨੂੰ ਤਾਰ ਪੀਡੋ ਕਰਨ ਦੀਆਂ ਕੇਂਦਰ ਦੀਆਂ ਚਾਲਾਂ ਹੈਗੀਆਂ। ਜਿਹੜੀਆਂ ਦੇਖੋ ਜਿਹੜੀਆਂ ਕਿਸਾਨ ਜਥੇਬੰਦੀਆਂ ਆ ਉਹ ਤਾਂ ਸਿਰ ਧੜ ਦੀ ਬਾਜ਼ੀ ਲਾ ਕੇ ਇਸ ਵੇਲੇ ਬਾਰਡਰ ਮੱਲ ਕੇ ਬੈਠੀਆਂ ਹੈਗੀਆਂ। ਸੋ ਉਹਨਾਂ ਨੇ ਜਿਹੜੇ ਜੋਗਿੰਦਰ ਯਾਦਵ ਹੋਰੀਆਂ, ਉਹਨਾਂ ਨੇ ਕੱਲ੍ਹ ਇਹ RSS ਦੀ ਹਮਾਇਤ ਪ੍ਰਾਪਤ ਜਿਹੜੀਆਂ ਜਥੇਬੰਦੀਆਂ ਸਵਦੇਸ਼ੀ ਜਾਗਰਣ ਮੰਚ ਤੇ ਜਿਹੜਾ ਭਾਰਤੀ ਕਿਸਾਨ ਸੰਘ ਹੈਗਾ, ਉਹਨਾਂ ਨੇ ਕਿਹਾ ਉਹ MSP ਕਾਨੂੰਨ ਬਾਰੇ ਰੌਲਾ ਪਾ ਰਹੀਆਂ, MSP ਬਾਰੇ ਵੀ MSP ਜਿਹੜੀ ਆ ਉਹ ਕਾਨੂੰਨ ਬਣਾਇਆ ਜਾਵੇ ਉਹਦੇ ਲਈ। ਉਹ ਇਹ ਗੱਲ ਕਰਦੀਆਂ, ਠੀਕ ਹੈ, ਉਹਦਾ ਕਾਨੂੰਨ ਬਣਨਾ ਤਾਂ ਪਹਿਲਾਂ ਹੀ ਆਪਾਂ ਮੰਗ ਰਹੇ ਹਾਂ ਜਿਹੜੀਆਂ 32 ਕਿਸਾਨ ਧਿਰਾਂ ਨੇ। ਤਾਂ ਉਸ ਤੋਂ ਬਾਅਦ ਉਹਨਾਂ ਨੇ ਜਿਹੜਾ ਖਾਸ ਸਵਾਲ ਕੀਤਾ, ਉਹ ਕਹਿੰਦੇ ਇਸ ਗੱਲ ਤੇ ਆਉਣ ਇਹ ਦੋਏ ਜਥੇਬੰਦੀਆਂ ਭਈ ਕੇਂਦਰ ਦੇ ਜਿਹੜੇ ਇਹ ਕਾਨੂੰਨ ਨੇ ਖੇਤੀਬਾੜੀ ਸੰਬੰਧੀ, ਇਹ ਰੱਦ ਕਰਾਉਣਾ ਚਾਹੁੰਦੀਆਂ ਜਾਂ ਨਹੀਂ ਕਰਾਉਣਾ ਚਾਹੁੰਦੀਆਂ, ਹਾਂ ਜਾਂ ਨਾ 'ਚ ਜਵਾਬ ਦਿਓ। ਠੀਕ ਹੈ, ਸੋ ਇਹ ਤਾਂ ਜਿਹੜਾ ਸਿਆਸੀ ਚਾਲਾਂ ਨੇ ਕੇਂਦਰ ਦੀਆਂ ਸੰਘਰਸ਼ ਨੂੰ ਲੀਹੋਂ ਲਾਉਣ ਦੀਆਂ। ਤਾਂ ਜਿਹੜੇ ਲੋਕ ਪੂਰੇ ਦੇਸ਼ 'ਚੋਂ ਆਣ ਕੇ ਬੈਠੇ ਆ ਰਹੇ ਆ, ਠੀਕ ਹੈ, ਉਹਨਾਂ ਲਈ ਫਿਰ ਰੋਕਾਂ ਖੜੀਆਂ ਕੀਤੀਆਂ ਜਾ ਰਹੀਆਂ। ਕੱਲ੍ਹ ਜੈਪੁਰ ਦਿੱਲੀ ਮਾਰਗ ਜਿਹੜਾ ਉਹ ਅਲਵਰ ਜ਼ਿਲ੍ਹੇ ਦੇ ਵਿੱਚ, ਕਿਉਂਕਿ ਰਸਤੇ 'ਚ ਰੋਕ ਲਿਆ ਉਹਨਾਂ ਨੇ, ਅਲਵਰ 'ਚ ਇੱਕ ਥਾਂ ਜਿਹੜਾ ਆ ਉੱਥੇ ਹੀ ਆਪਣੇ ਡੇਰੇ ਲਾ ਕੇ ਬੈਠ ਗਏ। ਸੋ ਇਹ ਸਾਰੀਆਂ ਜਿਹੜੀਆਂ ਇਹਨਾਂ ਚਾਲਾਂ ਨੂੰ ਲੋਕਾਂ ਨੂੰ ਸਮਝਣਾ ਚਾਹੀਦਾ ਹੈਗਾ। ਅੱਛਾ, ਜਦੋਂ ਫਿਰ ਤੁਸੀਂ ਉਹ ਗੱਲ ਕਰ ਰਹੇ ਹੋ ਕਿ ਜੈਪੁਰ ਵਾਲਾ ਜਿਹੜਾ ਕਾਂਡ ਹੋ ਰਿਹਾ ਆ, ਉੱਥੇ ਟਰੈਕਟਰਾਂ ਦੀਆਂ ਚਾਬੀਆਂ ਵੀ ਖੋਹ ਲਈਆਂ ਉਹਨਾਂ ਨੇ, ਉਹਨਾਂ ਦੀਆਂ ਦਰੀਆਂ ਜਿਹੜੀਆਂ ਸੀ ਉਹ ਵੀ ਲੈ ਗਏ। ਇਹ ਕਿਤੇ ਨਾ ਕਿਤੇ ਤੁਹਾਨੂੰ ਲੱਗਦਾ ਕਿ ਡੈਮੋਕ੍ਰੇਸੀ ਦੇ ਵਿੱਚ ਇਹ ਤਾਂ ਕੁਝ ਹੋਣਾ ਹੀ ਨਹੀਂ ਚਾਹੀਦਾ? ਪਹਿਲਾਂ ਤੇ ਖੱਟਰ ਸਾਹਿਬ ਕਰ ਗਏ ਨੇ। ਪਹਿਲੀ ਗੱਲ ਤਾਂ ਜਿਹੜੀ ਨੰਬਰ 1 ਤੇ ਗੱਲ ਆ ਡੈਮੋਕ੍ਰੇਸੀ ਦੀ, ਉਹ ਤਾਂ ਸਾਨੂੰ ਸ਼ਾਂਤੀਪੂਰਨ ਵਿਰੋਧ ਪ੍ਰਗਟਾਵੇ ਦੀ ਆਜ਼ਾਦੀ ਆ। ਸਾਡਾ ਸੰਵਿਧਾਨ ਇਹਦੀ ਗਰੰਟੀ ਦਿੰਦਾ ਵੀ ਆਪਾਂ ਨੂੰ ਵਿਚਾਰਾਂ ਦੇ ਪ੍ਰਗਟਾਵੇ ਦੀ ਆਜ਼ਾਦੀ। ਉਹਦੇ ਲਈ ਜੇ ਦਿੱਲੀ ਨੂੰ ਜਾ ਰਹੇ ਲੋਕਾਂ ਨੂੰ ਨੈਸ਼ਨਲ ਹਾਈਵੇ ਜਿਹੜਾ ਆ ਉਹ ਰੋਕਿਆ ਜਾਂਦਾ, ਉਹ ਗੈਰ ਕਾਨੂੰਨੀ ਹੈਗਾ। ਇਹਨਾਂ ਲੋਕਾਂ ਨੂੰ ਕੋਈ ਪੁੱਛਣ ਵਾਲਾ ਨਹੀਂ, ਉਹਨੂੰ ਪੁੱਟਿਆ ਜਾਂਦਾ, ਉਹਦੇ 'ਚ ਖੰਦਕਾਂ ਪੁੱਟੀਆਂ ਜਾਂਦੀਆਂ, ਠੀਕ ਆ, ਵੱਡੀਆਂ ਜਿਹੜੀਆਂ ਰੁਕਾਵਟਾਂ ਖੜੀਆਂ ਕੀਤੀਆਂ ਜਾਂਦੀਆਂ। ਹੁਣ ਪਿੱਛੇ ਹਰਿਆਣੇ ਵੱਲੋਂ ਕਿਸਾਨ ਆ ਰਹੇ ਸੀ ਤਾਂ ਬਹੁਤ ਵੱਡੇ ਜਿਹੜੇ ਪੱਥਰ ਲਿਆਣ ਕੇ ਰੱਖ ਦਿੱਤੇ। ਔਰ ਅਗਲੀ ਗੱਲ ਦੇਖੋ ਵੀ ਹਰਿਆਣੇ ਦੇ ਕਿਸਾਨ ਹੀ ਉਹਨਾਂ ਪੱਥਰਾਂ ਨੂੰ ਹਟਾ ਕੇ ਉਹ ਕਹਿੰਦੇ ਆਓ ਭਾਈ ਇੱਧਰ, ਹੈ ਨਾ, ਤੇ ਆਪਣੇ ਲੋਕਾਂ ਨੇ ਖੇਤ ਬਾਤ ਤੇ ਵੀ ਠੀਕ ਆ ਅਸੀਂ ਸ਼ਾਹਰਾਹ ਤੋਂ ਨਹੀਂ ਜਾਣਾ, ਜਿਹੜੇ ਨੈਸ਼ਨਲ ਹਾਈਵੇਜ਼ ਨੇ ਸਾਡੇ ਖੇਤਾਂ 'ਚ ਹੀ ਲੰਘੋ। ਸੋ ਇਹ ਤਾਂ ਸਰਕਾਰ ਦੇ ਹੋਸ਼ੇ ਹੱਥ ਕੰਡੇ ਨੇ, ਜਿਹੜਾ ਵੀ ਲੋਕ ਕਿਸ ਤਰ੍ਹਾਂ ਪਹੁੰਚਣ ਨਾ, ਲੋਕ ਉਹਨਾਂ ਵਿੱਚ ਸ਼ਮੂਲੀਅਤ ਨਾ ਕਰਨ। ਸੋ ਜਿਵੇਂ ਹੁਣ ਕੱਲ੍ਹ ਦੀ ਜਿਹੜੀ ਇੱਕ ਦਿਨ ਦੀ ਹੜਤਾਲ ਆ, ਉਹਦੇ ਤੋਂ ਵੀ ਕੇਂਦਰ ਨੂੰ ਥੋੜ੍ਹਾ ਬਹੁਤ ਲੋ ਹੋ ਜਾਣੀ ਚਾਹੀਦੀ ਆ। ਅੱਛਾ ਸਤੀ ਸਾਹਿਬ, ਤੁਹਾਡਾ ਤਾਂ ਬਹੁਤ ਵੱਡਾ ਐਕਸਪੀਰੀਅੰਸ ਆ ਲੋਕਤੰਤਰ ਦੇ ਨਾਲ, ਤੁਸੀਂ ਬੜਾ ਟਾਈਮ ਤੋਂ ਜਰਨਲਿਜ਼ਮ ਦੇ ਵਿੱਚ ਹੋ। ਅੱਛਾ, ਪਹਿਲਾਂ ਕਦੀ ਐਡਾ ਵੱਡਾ ਸੰਘਰਸ਼ ਉਲੀਕਿਆ ਗਿਆ ਆ, ਔਰ ਜਾਂ ਇਹ ਪਹਿਲੇ ਆਪਣੇ ਤਰ੍ਹਾਂ ਦਾ ਇੱਕ ਪਹਿਲਾ ਸੰਘਰਸ਼ ਹੈ ਇਹ? ਦੇਖੋ, ਮੈਨੂੰ ਲੱਗਦਾ ਵੀ ਰੀਸੈਂਟ ਟਾਈਮਸ ਵਿੱਚ ਇਹੋ ਜਿਹਾ ਕਦੀ ਇਕੱਠ ਲੋਕਾਂ ਦਾ, ਇੰਨੀ ਇਕਜੁੱਟਤਾ, ਇੰਨੀ ਲਗਾਤਾਰਤਾ ਸੰਘਰਸ਼ ਦੀ,
ਇਸ ਤੋਂ ਪਹਿਲਾਂ ਸ਼ਾਇਦ ਇੰਨੀ ਵੱਡੀ ਪੱਧਰ ਤੇ ਕਿਰਤੀ ਵਰਗ ਇਕੱਠੇ ਨਹੀਂ ਹੋ, ਹੜਤਾਲਾਂ ਹੁੰਦੀਆਂ ਨੇ, ਉਹ ਸੰਕੇਤਕ ਹੜਤਾਲ ਹੋਈ ਪਈ, ਇੱਕ ਦਿਨ ਦੀ ਹੋਈ, ਕਿਤੇ ਨਹੀਂ ਹੋਈ, ਕਿਤੇ ਪ੍ਰਭਾਵ ਘੱਟ ਹੋਇਆ, ਕਿਤੇ ਵੱਧ ਹੋਇਆ, ਠੀਕ ਹੈ। ਇਸ ਤੋਂ ਪਹਿਲਾਂ ਸ਼ਾਇਦ ਕਲਕੱਤੇ ਨਕਸਲਵਾੜੀ ਲਹਿਰ ਵੇਲੇ 68-69 ਦੇ ਵਿੱਚ ਲੋਕ ਇਕੱਠੇ ਹੋਏ ਸੀ, ਪਰ ਉਹ ਵੀ ਇੰਨੀ ਗਿਣਤੀ ਵਿੱਚ ਇਕੱਠੇ ਨਹੀਂ ਸੀ ਹੋਏ। ਇਸ ਕਿਸਾਨ ਅੰਦੋਲਨ ਬਾਰੇ ਗੱਲਾਂ ਅਸੀਂ ਇੱਦਾਂ ਹੀ ਕਰਦੇ ਰਹਾਂਗੇ, ਪਰ ਇੱਥੇ ਰੁਕਦੇ ਹਾਂ ਛੋਟੇ ਜਿਹੇ ਬ੍ਰੇਕ ਦੇ ਲਈ। ਮਿਲਦੇ ਹਾਂ ਬ੍ਰੇਕ ਦੇ ਉਸ ਪਾਰ। ਦੇਖਦੇ ਰਹੋ ਪੰਜਾਬ ਮੇਲ USA TV। ਪੰਜਾਬ ਮੇਲ USA ਚੈਨਲ ਦਾ ਸ਼ਾਨਦਾਰ ਉਪਰਾਲਾ। ਅਮਰੀਕਾ ਦੀ ਇਮੀਗ੍ਰੇਸ਼ਨ ਪਾਲਿਸੀ 'ਚ ਲੇਟੈਸਟ ਕੀ ਚੱਲ ਰਿਹਾ ਹੈ? ਅਮਰੀਕਾ ਦੀ ਸਿਆਸਤ ਕਿੱਦਾਂ ਰੰਗ ਬਦਲ ਰਹੀ ਹੈ? ਇਹ ਸਭ ਜਾਣਨ ਲਈ ਵੇਖੋ ਪੰਜਾਬ ਮੇਲ USA ਚੈਨਲ ਦਾ ਸਪੈਸ਼ਲ ਸ਼ੋ US ਇਮੀਗ੍ਰੇਸ਼ਨ ਐਂਡ ਪੋਲਿਟਿਕਸ ਵਿਦ ਅਟਾਰਨੀ ਐਟ ਲਾਅ ਜਸਪ੍ਰੀਤ ਸਿੰਘ। ਬ੍ਰੇਕ ਤੋਂ ਬਾਅਦ ਇੱਕ ਵਾਰ ਫਿਰ ਤੋਂ ਤੁਹਾਡਾ ਸਵਾਗਤ ਹੈ ਪ੍ਰੋਗਰਾਮ ਖਬਰ ਜੰਕਸ਼ਨ, ਔਰ ਅਸੀਂ ਗੱਲਾਂ ਕਰ ਰਹੇ ਸੀਗੇ ਕਿਸਾਨ ਅੰਦੋਲਨ ਬਾਰੇ। ਸਤੀ ਸਾਹਿਬ, ਚਲੋ ਇਹ ਤੇ ਗੱਲ ਮੰਨ ਲਈ ਕਿ ਅਸੀਂ ਜਿਹੜਾ ਲਗਾਤਾਰ ਡਟੇ ਹੋਏ ਆ, ਔਰ ਸਰਕਾਰਾਂ ਨੂੰ ਵੀ ਕਿਤੇ ਨਾ ਕਿਤੇ ਹੱਥਾਂ ਪੈਰਾਂ ਦੀ ਪਈ ਹੋਈ ਹੈ, ਇਹਦੇ 'ਚ ਕੋਈ ਵੀ ਅਤਕਥਨੀ ਨਹੀਂ ਹੈਗੀ। ਪਰ ਹੁਣ ਜਿਹੜੀ ਹੈ ਬਾਰ-ਬਾਰ ਉਹ ਗੱਲਾਂ ਕਰ ਰਹੇ ਨੇ। ਅਸੀਂ ਦੇਖਿਆ ਕਿ ਅੱਧੀ ਰਾਤ ਨੂੰ ਮੀਟਿੰਗਾਂ ਹੁੰਦੀਆਂ, ਕਦੀ ਨਰਿੰਦਰ ਤੋਮਰ ਹੁਣੀ ਜਿਹੜੇ ਨੇ ਉਹ ਰਾਜਨਾਥ ਦੇ ਨਾਲ ਮੀਟਿੰਗ ਕਰਦੇ ਨੇ, ਅਮਿਤ ਸ਼ਾਹ ਨਾਲ ਦੇ ਨੇ। ਕੀ ਸੀਨ ਕੀ ਹੈ ਹੁਣ? ਦੇਖੋ, ਇਸ ਵੇਲੇ ਜਿਹੜੀ ਸਥਿਤੀ ਆ, ਇਸ ਵੇਲੇ ਸਰਕਾਰ ਜਿਹੜੀ ਆ ਡੋਲੀ ਹੋਈ ਆ ਜੀ, ਸੱਚ ਪੁੱਛੋ ਤਾਂ, ਔਰ ਅੰਦਰ ਖਾਤੇ ਜਿਹੜਾ ਆ ਉਹ ਇਹ ਵਿਉਂਤਬੰਦੀ ਕਰ ਰਹੀ ਆ ਸੰਘਰਸ਼ ਨੂੰ ਕਿਸੇ ਨਾ ਕਿਸੇ ਢੰਗ ਨਾਲ ਫੇਲ ਕਰਨ ਦੀ। ਆਪਣੇ ਲੋਕ ਰਲਾਉਂਦੀ ਹੁੰਦੀ ਆ ਸਰਕਾਰ ਵਿੱਚ, ਠੀਕ ਹੈ, ਗੜਬੜ ਕਰਵਾਉਂਦੀ ਹੈ, ਕਿਤੇ ਜਿਹੜਾ ਆ ਉਕਸਾਏਗੀ ਜੀ। ਇਸ ਤਰ੍ਹਾਂ ਦੇ ਹੋਸ਼ੇ ਹੱਥ ਕੰਡੇ ਵੀ ਵਰਤ ਸਕਦੀ ਆ ਤੇ ਝੁਕ ਵੀ ਸਕਦੀ ਆ, ਹਰ ਤਰ੍ਹਾਂ ਦੀ ਸੰਭਾਵਨਾ ਹੈਗੀ ਆ ਜੀ। ਹਾਲ ਦੀ ਘੜੀ ਨਰਿੰਦਰ ਤੋਮਰ ਹੋਰੀ ਜਿਹੜੇ ਖੇਤੀਬਾੜੀ ਮੰਤਰੀ ਨੇ, ਉਹ ਕਹਿੰਦੇ ਆ ਭਈ ਅਸੀਂ ਕਿਸਾਨਾਂ ਦੇ ਨਾਲ ਜਿਹੜਾ ਲਗਾਤਾਰ ਸੰਪਰਕ ਵਿੱਚ ਹੈਗੇ ਆ ਤੇ ਗੱਲਬਾਤ ਦੀ ਜਿਹੜੀ ਅਗਲੀ ਤਰੀਕ ਆ ਛੇਤੀ ਮਿੱਥ ਰਹੇ ਜੀ। ਤੇ ਰਾਜਨਾਥ ਸਿੰਘ ਹੁਣੀ ਕਿਹਾ ਭਈ ਭਾਈ ਕਿਸਾਨੀ ਖਿਲਾਫ ਮਾੜਾ ਕਦਮ ਚੁੱਕਣ ਦਾ ਸਵਾਲ ਪੈਦਾ ਨਹੀਂ ਹੁੰਦਾ ਜੀ। ਸੋ ਜਿਵੇਂ ਇੱਦਾਂ ਦੇ ਖਦਸ਼ੇ ਪ੍ਰਗਟਾਏ ਜਾ ਰਹੇ ਸੀ ਭਈ ਮਤਲਬ ਉਹ ਕੋਈ ਤਾਕਤ ਦੀ ਵਰਤੋਂ ਕਰ ਸਕਦੇ ਆ ਲੋਕਾਂ ਨੂੰ ਖੰਡਾਉਣ ਦੀ, ਸ਼ਾਇਦ ਉਹਨਾਂ ਦਾ ਭਾਵ ਇਹਦੇ ਤੋਂ ਹੋਵੇ। ਸੋ ਇਹ ਇਹੋ ਜਿਹੇ ਜੇ ਬਿਆਨ ਆਉਂਦੇ ਆ ਤਾਂ ਇਹਨਾਂ ਨੂੰ ਆਪਾਂ ਨੂੰ ਇਸੇ ਢੰਗ ਨਾਲ ਲੈਣਾ ਚਾਹੀਦਾ ਵੀ ਸਰਕਾਰ ਜਿਹੜੀ ਆ ਉਹ ਹਾਲੇ ਗੱਲਬਾਤ ਜਿਹੜੀ ਆ ਫਿਰ ਗੱਲਬਾਤ ਦੇ ਟੇਬਲ 'ਤੇ ਕਿਸੇ ਨਾ ਕਿਸੇ ਢੰਗ ਨਾਲ ਲੋਕਾਂ ਨੂੰ ਲਿਆਉਣੀ ਚਾਹੁੰਦੀ ਆ, ਸੰਘਰਸ਼ੀ ਲਾਗੂਆਂ ਨੂੰ ਟੇਬਲ 'ਤੇ ਲਿਆਉਣਾ ਚਾਹੁੰਦੀ ਆ। ਅਤੇ ਉਹ ਪਹਿਲਾਂ ਹੀ ਇੱਕੋ ਹੀ ਗੱਲ ਜਿਹੜੀ ਆ ਉਹੀ ਲੈ ਕੇ ਚੱਲੇ ਆ ਵੀ ਭਾਈ ਗੱਲਬਾਤ ਤਾਂ ਹੀ ਆ, ਸਭ ਤੋਂ ਪਹਿਲਾਂ ਜਿਹੜੇ ਆ ਖੇਤੀ ਕਾਨੂੰਨ ਵਾਪਸ ਲੈ ਜਾਣ, ਉਸ ਤੋਂ ਘੱਟ ਸਾਨੂੰ ਕੁਝ ਵੀ ਮਨਜ਼ੂਰ ਨਹੀਂ। ਅੱਛਾ, ਜਦੋਂ ਆਪਾਂ ਗੱਲ ਕਰ ਰਹੇ ਹਾਂ ਬਾਰ-ਬਾਰ, ਚਲੋ ਉਹ ਸ਼ਾਇਦ ਇਹਨਾਂ ਦੀ ਹੁਣ ਇੱਕ ਬੋਲੀ ਤਾਂ ਰਹੀ ਨਹੀਂ ਹੈਗੀ। ਕਹਿੰਦੇ ਨੇ ਹੁੰਦੇ ਕਿ ਬੁਖਲਾਇਆ ਬੰਦਾ ਬਿਆਨ ਜਿਹੜਾ ਹੈ ਉਹ ਇੱਕ ਨਹੀਂ ਰੱਖ ਸਕਦਾ। ਹੁਣ ਜੇ ਆਪਾਂ ਗੱਲ ਕਰ ਲਈਏ ਨਰਿੰਦਰ ਸਿੰਘ ਤੋਮਰ ਹੋਣਾ ਦੀ, ਉਹਨਾਂ ਦਾ ਬਿਆਨ ਵੱਖਰਾ ਕੁਛ ਆ ਰਿਹਾ। ਉਹ ਕਹਿੰਦੇ ਸੀਗੇ ਪਿੱਛੇ ਜੇ ਉਹਨਾਂ ਦਾ ਬਿਆਨ ਆਉਂਦਾ ਆ ਕਿ ਉਦੋਂ ਤੱਕ ਗੱਲ ਨਹੀਂ ਹੋਊਗੀ ਜਦੋਂ ਤੱਕ ਜਿਹੜੇ ਨੇ ਇਹ ਸਾਡੀ ਜਿਹੜੀਆਂ ਨੇ ਅਮੈਂਡਮੈਂਟਸ ਲਈ ਮੰਨਦੇ ਨਹੀਂ ਹੈਗੇ। ਹਾਂਜੀ, ਫਿਰ ਉਹ ਕਹਿੰਦੇ ਜੀ ਨਹੀਂ ਮੈਂ ਸਿੱਧੇ ਗੱਲ ਕਹੀ ਨਹੀਂ ਹੈਗੀ। ਇੱਦਾਂ ਹੀ ਦੇਖੋ ਇਹ ਹੁਣ ਖਾਲਿਸਤਾਨੀ, ਉਹ ਕਈ ਗੱਲਾਂ ਤੋਂ ਮੁੱਕਰੇ ਆਪਣੀਆਂ ਤੋਂ। ਉਹਨਾਂ ਨੇ ਇਹ ਵੀ ਕਿਹਾ ਸੀਗਾ ਵੀ ਭਾਈ ਜੇ ਇੱਦਾਂ ਹੀ ਚੱਲਣਗੇ ਕਿਸਾਨ ਤਾਂ ਇਹਨਾਂ ਨਾਲ ਨਜਿੱਠਾਂਗੇ, ਉਹ ਤੋਂ ਵੀ ਮੁੱਕਰੇ ਉਹ ਜੀ। ਦੇਖੋ ਆਪਾਂ ਹੁਣ ਕੀ ਸਮਝ ਕੇ ਚੱਲੀਏ, ਮੈਨੂੰ ਲੱਗ ਰਿਹਾ ਹੈ, ਮੈਨੂੰ ਇਹ ਬੜਾ ਸ਼ਾਇਦ ਮੈਂ ਬੜੇ ਵਾਰ ਲੋਕ ਡਿਸਕਸ ਵੀ ਕਰਦਾ ਹਾਂ ਕਿ ਜਿਹੜਾ ਫੇਸ ਹੈ, ਜਿਹੜਾ ਇਸ ਪੂਰੀ ਸਰਕਾਰ ਦਾ ਫੇਸ ਹੈ ਜਿਹਨੂੰ ਆਪਾਂ ਮੋਦੀ ਸਾਹਿਬ ਕਹਿੰਦੇ ਆ, ਉਹ ਲਗਾਤਾਰ ਕੋਈ ਕੰਕਰੀਟ ਜਿਹਾ ਜਿਹੜਾ ਸਾਡੇ ਸਾਹਮਣੇ ਕੁਛ ਲੈ ਕੇ ਨਹੀਂ ਆਉਂਦੇ। ਜਾਂ ਤਾਂ ਫਿਰ ਇਕੱਠੇ ਅਮਿਤ ਸ਼ਾਹ ਹੋਣੀ ਜਾਂ ਫਿਰ ਮੋਦੀ ਸਾਹਿਬ ਇਕੱਠੇ ਬਹਿ ਕੇ ਗੱਲ ਕਰ ਲੈਣ। ਇਸ ਵੇਲੇ ਤਾਂ ਸਾਡੇ ਮਾਨਯੋਗ ਪ੍ਰਧਾਨ ਮੰਤਰੀ ਜੀ ਦਾ ਸਾਰਾ ਜ਼ੋਰ ਕਾਨੂੰਨਾਂ ਨੂੰ ਸਹੀ ਦਰਸਾਉਣ 'ਤੇ ਲੱਗਾ ਹੋਇਆ, ਔਰ ਅੱਜ ਕੱਲ੍ਹ ਵਾਹਵਾ ਹੜ੍ਹ ਆਇਆ ਹੋਇਆ ਜਿਹੜੀਆਂ ਪ੍ਰਿੰਟ ਮੀਡੀਆ, ਇਲੈਕਟ੍ਰੋਨਿਕ ਮੀਡੀਆ ਅਤੇ ਸਰਕਾਰੀ ਇਸ਼ਤਿਹਾਰਾਂ ਦਾ ਪੂਰੇ ਸਫ਼ੇ ਦੇ ਇਸ਼ਤਿਹਾਰ ਦਿੱਤੇ ਜਾ ਰਹੇ ਆ, ਔਰ ਸਰਕਾਰ ਕੋਲ ਧਨ ਆ ਇਹਨਾਂ ਫਜ਼ੂਲ ਕੰਮਾਂ ਲਈ, ਤਾਂ ਉਹ ਲੋਕਾਂ ਦੇ ਦਿਲ ਤਾਂ ਜਿੱਤ ਨਹੀਂ ਸਕੇ, ਉਹਨਾਂ ਨੂੰ ਤਾਂ ਸਮਝਾ ਨਹੀਂ ਸਕੇ, ਠੀਕ ਹੈ। ਸੋ ਜਿਨ੍ਹਾਂ ਲਈ ਬਣਾਏ ਆ ਉਹ ਕਹਿੰਦੇ ਸਾਨੂੰ ਇਹਦੀ ਲੋੜ ਨਹੀਂ, ਅਤੇ ਸਰਕਾਰ ਕਿੱਦਾਂ ਧੱਕੇ ਨਾਲ ਉਹਨਾਂ ਨੂੰ ਠੀਕ ਦਰਸਾਉਣ 'ਤੇ ਤੁਲੀ ਹੋਈ ਆ। ਤੁਸੀਂ ਇਹ ਗੱਲ ਹੀ ਕਰ ਰਹੇ ਹੋ ਤਾਂ ਮੈਂ ਤੁਹਾਨੂੰ ਦੱਸਦਾ ਕਿ ਟੂਰਿਜ਼ਮ ਜਿਹੜਾ ਆ, ਇਹਨਾਂ ਦਾ ਮਿਨਿਸਟਰ ਜਿਹੜਾ ਆ ਟੂਰਿਜ਼ਮ ਜਿਹੜਾ ਵਿਭਾਗ ਹੈ, ਉਹਦੇ 'ਚ ਇਹਨਾਂ ਨੇ ਇੱਕ ਈ ਬੁੱਕ ਜਿਹੜੀ ਹੈ ਉਹ ਸ਼ਾਮਲ ਕੀਤੀ ਆ, ਟਿਕਟ ਟੇਬਲ ਬੁੱਕ ਵੀ ਜਿਹਨੂੰ ਆਪਾਂ ਜੀ।
ਤੇ ਉਹਦੇ ਹਾਂ ਨਹੀਂ ਉਹ ਇੰਡੀਅਨ ਰੇਲਵੇ ਦਾ ਹਾਂਜੀ ਤੇ ਉਹ ਕੇਟਰਿੰਗ ਹਾਂਜੀ ਜਿਹੜਾ ਇੰਡੀਅਨ ਰੇਲਵੇਜ਼ ਦੀ ਕੇਟਰਿੰਗ ਸਰਵਿਸਿਜ਼ ਵਾਲੇ ਜਿਹੜੇ ਆ ਹਾਂ ਉਹ ਲੋਕਾਂ ਨੂੰ ਸੁਨੇਹੇ ਭੇਜ ਕਰੋੜਾਂ ਦੀ ਗਿਣਤੀ ਦੇ ਵਿੱਚ ਉਹ ਸੁਨੇਹੇ ਜਾ ਰਹੇ ਔਰ ਉਹਦੇ ਨਾਲ ਇੱਕ ਹੀ ਟੂਰਿਜ਼ਮ ਵਾਲਿਆਂ ਨੇ ਈ ਬੁੱਕ ਵੀ ਤੁਸੀਂ ਜੋ ਟਿਕਟਸ ਬੁੱਕ ਕਰਦੇ ਹੋ ਤੁਹਾਨੂੰ ਈ ਬੁੱਕ ਮਿਲਦੀ ਆ ਹਾਂਜੀ ਉਹ ਈ ਬੁੱਕ ਜਿਹੜੀ ਆ ਉਹਦੇ ਵਿੱਚ ਦੇਖੋ ਕਿ ਨਰਿੰਦਰ ਮੋਦੀ ਹੁਣਾਂ ਸਾਹਿਬ ਦੀ ਹੁਣਾਂ ਨੇ ਫੋਟੋ ਬਦਲ ਕੇ ਰੱਖ ਦਿੱਤੀ ਲਗਾਤਾਰ ਫੋਟੋ ਸਾਨੂੰ ਦਸਤਾਰ ਦੇ ਵਿੱਚ ਮਿਲ ਰਹੀ ਆ ਕਿ ਸਿੱਖ ਭਾਈਚਾਰੇ ਦੇ ਨਾਲ ਫੋਟੋ ਖਿਚਾਈਆਂ ਇਸ ਤਰ੍ਹਾਂ ਦਾ ਪ੍ਰਭਾਵ ਪੈਦਾ ਕਰਨ ਦੀ ਕੋਸ਼ਿਸ਼ ਕਰ ਰਹੇ ਨਾ ਵੀ ਵਾਕਈ ਮੈਂ ਸਮਝਦਾ ਹੁੰਦਾ ਕਿ ਐਕਟਰ ਬਹੁਤ ਚੰਗੇ ਨੇ ਇਹ ਐਕਟਰ ਬਹੁਤ ਚੰਗੇ ਨੇ ਔਰ ਕਦੀ ਕਦੀ ਮੈਨੂੰ ਇਹ ਲੱਗਦਾ ਹੁੰਦਾ ਕਿ ਇਹਨਾਂ ਨੂੰ ਸਕ੍ਰਿਪਟ ਜਿਹੜੀ ਹੈ ਲਿਖੀ ਲਿਖਾਈ ਮਿਲਦੀ ਹੈ ਇਸ ਕਰਕੇ ਉਹ ਪ੍ਰੈਸ ਕਾਨਫਰੰਸਾਂ ਵੀ ਨਹੀਂ ਕਰਦੇ ਪਰ ਇਹ ਹਾਈ ਟਾਈਮ ਹੈ ਸ਼ਾਇਦ ਇਹਨਾਂ ਨੂੰ ਚਾਹੀਦਾ ਕਿ ਕੁਝ ਕਰ ਲੈਣ ਤੁਸੀਂ ਦੇਖਿਆ ਹੋਵੇ ਵੀ ਕਿਸੇ ਦੇਸ਼ ਦਾ ਪ੍ਰਧਾਨ ਮੰਤਰੀ ਨੇ ਕਦੀ ਜਿਹੜੀ ਆ ਕੋਈ ਪ੍ਰੈਸ ਕਾਨਫਰੰਸ ਹੀ ਨਾ ਕੀਤੀ ਹੋਵੇ ਜਿਹੜੀ ਇੱਕ ਅੱਧੀ ਕੀਤੀ ਕੋਈ ਇੰਟਰਵਿਊ ਹੁਣ ਤੱਕ ਫਿਲਮੀ ਅਦਾਕਾਰ ਦੇ ਨਾਲ ਉਹ ਸਾਰੀ ਪ੍ਰੋਜੈਕਟਡ ਸੀ ਸਕ੍ਰਿਪਟਡ ਸੀ ਹਾਂ ਤੇ ਤੁਸੀਂ ਯੂਰਪ ਦੇਖੋ ਹੋਰ ਐਡਵਾਂਸਡ ਕੰਟਰੀਜ਼ ਦੇਖੋ ਜਿਨ੍ਹਾਂ ਦੇ ਦਮਗਜੇ ਮਾਰਦੀ ਆ ਸਾਡੀ ਸਰਕਾਰ ਵੀ ਦੇਸ਼ ਨੂੰ ਇੱਦਾਂ ਤਰੱਕੀ ਦੀਆਂ ਲੀਹਾਂ ਤੇ ਖੜਨਾ ਅਸੀਂ ਉਹਨਾਂ ਦੇ ਪ੍ਰਧਾਨ ਮੰਤਰੀ ਕੋਈ ਨਿੱਕੀ ਜਿਹੀ ਗੱਲ ਹੁੰਦੀ ਆ ਤਾਂ ਪ੍ਰੈਸ ਮੀਟ ਕਰਦੇ ਆ ਇੱਥੋਂ ਤੱਕ ਕਿ ਅਮਰੀਕਾ ਦਾ ਰਾਸ਼ਟਰਪਤੀ ਰੋਜ਼ ਪ੍ਰੈਸ ਨੂੰ ਬਰੀਫ ਕਰਦਾ ਇੱਕ ਫਿਕਸ ਟਾਈਮ ਆ ਵੀ 11 ਵਜੇ ਉਹਨੇ ਬਰੀਫ ਕਰਨਾ ਵਾਈਟ ਹਾਊਸ ਤੋਂ ਬਾਹਰ ਆਉਂਦੇ ਆ ਤੇ ਉਹ ਪ੍ਰੈਸ ਨੂੰ ਬਰੀਫ ਕਰਦੇ ਆ ਇਹ ਸਾਨੂੰ ਤਾਂ ਪਹਿਲਾਂ ਇਹ ਗੱਲ ਦਾ ਪਤਾ ਹੀ ਨਹੀਂ ਸੀ ਵੀ ਇਹ ਰੋਜ਼ ਬਰੀਫ ਜਿਹੜੀ ਹੁੰਦੀ ਆ ਉਹ ਜਦੋਂ ਕਰੋਨਾ ਕਾਲ ਚੱਲਿਆ ਤੇ ਉਦੋਂ ਸਾਨੂੰ ਪਤਾ ਲੱਗਿਆ ਵੀ ਭਈ ਇਹ ਰੋਜ਼ ਹੁੰਦਾ ਹੈ ਤੇ ਸਾਡੇ ਪ੍ਰਧਾਨ ਮੰਤਰੀ ਮਨ ਕੀ ਬਾਤ ਜਿਹੜੀ ਆ ਉਹ ਰੇਡੀਓ ਟੀਵੀ ਰਾਹੀਂ ਲੋਕਾਂ ਨੂੰ ਜ਼ਰੂਰ ਸੁਣਾਉਂਦੇ ਆ ਪਰ ਪ੍ਰੈਸ ਨੂੰ ਜਿਹਨੂੰ ਲੋਕਤੰਤਰ ਦਾ ਚੌਥਾ ਥੰਮ ਆਪਾਂ ਕਹਿੰਦੇ ਆ ਉਹਨੂੰ ਕਦੀ ਮਿਲਣਾ ਉਹਨਾਂ ਨੂੰ ਲੋੜ ਨਹੀਂ ਸਮਝੀ ਇਹ ਤੇ ਫਿਰ ਆਪਾਂ ਇਹ ਹਿਸਾਬ ਲਾ ਲਈਏ ਕਿ ਅੱਧੀ ਕਮਿਊਨੀਕੇਸ਼ਨ ਆ ਨਾ ਤੁਸੀਂ ਆਪ ਦੀ ਗੱਲ ਤੇ ਕਹਿ ਲਈ ਭਾਈ ਦੂਸਰੇ ਦੀ ਵੀ ਸੁਣਨੀ ਜ਼ਰੂਰੀ ਆ ਹੁਣ ਤੁਸੀਂ ਆਪ ਦੀ ਕਹਿ ਕੇ ਨਿਕਲ ਜਾਓ ਇੱਥੇ ਮੇਰੀ ਸੁਣੋ ਨਾ ਤੇ ਆਪਣੀ ਗੱਲ ਦਾ ਕੋਈ ਸਵਾਦ ਨਹੀਂ ਆਉਂਦਾ ਬਿਲਕੁਲ ਉਹ ਡੈਮੋਕ੍ਰੇਸੀ ਮੈਨੂੰ ਲੱਗਦਾ ਕਿ ਇਹੋ ਹੀ ਆ ਕਿ ਉਹਨਾਂ ਕੋਲੇ ਹਲੇ ਵੀ ਉਹਨਾਂ ਨੇ ਅਮਰੀਕਾ ਦੇ ਨਾਲ ਤੇ ਗੱਲਬਾਤ ਕਰਨੀ ਸਿੱਖ ਲਈ ਆ ਜਿਹੜੀ ਬਾਕੀ ਮੁਲਕਾਂ ਨਾਲ ਤੇ ਗੱਲਬਾਤ ਕਰਨੀ ਸਿੱਖ ਲਈ ਆ ਜਿਹੜੇ ਕਿਸਾਨ ਬਰੂਹਾਂ ਤੇ ਆ ਕੇ ਪਹੁੰਚੇ ਨੇ ਸ਼ਾਇਦ ਉਹਨਾਂ ਦਾ ਪਤਾ ਹੀ ਨਹੀਂ ਉਹਨਾਂ ਨੂੰ ਦੇਸ਼ ਵਾਸੀਆਂ ਦਾ ਜਿਹੜਾ ਹਾਲ ਆ ਉਹ ਆਪਣੇ ਅਜੇ ਤੱਕ ਉਹਨਾਂ ਨੂੰ ਨਹੀਂ ਪਤਾ ਲੱਗਾ ਵੀ ਕਿੰਨੇ ਚਿਰ ਤੋਂ ਲੋਕ ਸੰਘਰਸ਼ ਕਰ ਰਹੇ ਆ ਤੇ ਪੰਜਾਬ ਦੇ ਵਿੱਚ ਕੀ ਚੱਲ ਰਿਹਾ ਵਾਕਈ ਠੀਕ ਹੈ ਕੱਲ ਡੀਸੀ ਦਫ਼ਤਰਾਂ ਦਾ ਘਰਾਓ ਵੀ ਸੀਗਾ ਬਿਲਕੁਲ ਉਹ ਤੇ ਠੀਕ ਹੈ ਔਰ ਜਿਹੜੇ ਭਾਜਪਾ ਦੇ ਆਗੂ ਆ ਉਹਨਾਂ ਦੇ ਘਰ ਵੀ ਘੇਰੇ ਹੋਏ ਆ ਹੰਸੁਰੀ ਸੁੱਖ ਨਾਲ ਹੰਸਰਾਜ ਹੰਸ ਦਿੱਲੀ ਤੋਂ ਜਾ ਕੇ ਮੈਂਬਰ ਪਾਰਲੀਮੈਂਟ ਬਣਦੇ ਆ ਉਹਨਾਂ ਦਾ ਘਰ ਘੇਰਿਆ ਸੋਮ ਪ੍ਰਕਾਸ਼ ਹੋਰਾਂ ਦਾ ਘਰ ਘੇਰਿਆ ਸ਼ਵੇਤ ਮਲਿਕ ਦੇ ਘਰ ਮੂਹਰੇ 2 ਮਹੀਨਿਆਂ ਤੋਂ ਧਰਨਾ ਲਾ ਕੇ ਬੈਠੇ ਆ ਠੀਕ ਆ ਕਾਰਪੋਰੇਟ ਅਦਾਰਿਆਂ ਦੇ ਜਿਹੜੇ ਦਫ਼ਤਰ ਘਰ ਉਹ ਘੇਰ ਕੇ ਬੈਠੇ ਆ ਇਹ ਪ੍ਰਧਾਨ ਮੰਤਰੀ ਸਾਡੇ ਇਹਦਾ ਨੋਟਿਸ ਪਤਾ ਨਹੀਂ ਕਿਉਂ ਨਹੀਂ ਲੈ ਰਹੇ ਨਾ ਹੀ ਅਜੇ ਤੱਕ ਉਹਨਾਂ ਨੂੰ ਦਿਸ ਰਿਹਾ ਉਹ ਗੱਲ ਉਹੀ ਹੈ ਨਾ ਕਿ ਹੁਣ ਮਨ ਕੀ ਬਾਤ ਜਿਹੜੀ ਹੈ ਉਹ ਹੁਣ ਇੱਦਾਂ ਨਹੀਂ ਸੁਣਨੀ ਉਹਨਾਂ ਨੇ ਫਿਰ ਇਹ ਹੁਣ ਦੂਸਰੇ ਤਰੀਕੇ ਨਾਲ ਸਾਡੀ ਬਾਤ ਜਿਹੜੀ ਹੈ ਸੁਣ ਕੇ ਜਾਣਗੇ ਸੋ ਜਦੋਂ ਤੁਸੀਂ ਕਹਿੰਦੇ ਘਰਾ ਕੀਤਾ ਹੋਇਆ ਕਿਉਂਕਿ ਬਹੁਤ ਸਾਰੇ ਜਿਹੜੇ ਕੱਲ ਮੀਟਿੰਗ ਵੀ ਹੋਈ ਹੈ ਜਿਹੜੇ ਸਾਡੇ ਪੰਜਾਬ ਦੇ ਆਗੂ ਸੀਗੇ ਇਹਨਾਂ ਦੇ ਬੀਜੇਪੀ ਦੇ ਉਹ ਦਿੱਲੀ ਦੇ ਵਿੱਚ ਲਗਾਤਾਰ ਮੀਟਿੰਗਾਂ ਕਰ ਰਹੇ ਨੇ ਪਰ ਉਹ ਗੱਲ ਇੱਦਾਂ ਆ ਕਿ ਡਿਸੀਜਨ ਮੇਕਰ ਜਿਹੜਾ ਆ ਉਹ ਕੋਈ ਹੋਰ ਹੀ ਆ ਜੇ ਆਪਾਂ ਗੱਲ ਕਹਿ ਲਈਏ ਜੇ ਨਰਿੰਦਰ ਤੋਮਰ ਹੋਣੀ ਜਿਹੜੇ ਮੀਟਿੰਗ ਕਰਦੇ ਆ ਜਾਂ ਅਮਿਤ ਸ਼ਾਹ ਹੋਣੀ ਦੇ ਨਾਲ ਮੀਟਿੰਗ ਕੀਤੇ ਤੋਂ ਬਿਨਾਂ ਕੋਈ ਡਿਸੀਜਨ ਨਹੀਂ ਲਿਆ ਰਿਹਾ ਤੇ ਕਈ ਤੁਹਾਨੂੰ ਲੱਗਦਾ ਕਿ ਇਕੱਲਾ ਜਿਹੜਾ ਆਪਣੇ ਮੋਦੀ ਸਾਹਿਬ ਉਹ ਇਕੱਲੇ ਫੇਸ ਹੀ ਆ ਉਹਨਾਂ ਦੇ ਪਿੱਛੇ ਪਾਵਰ ਕੋਈ ਹੋਰ ਹੈ ਦੇਖੋ ਪਾਵਰ ਤਾਂ ਹੁਣ ਜਗ ਜ਼ਾਹਰ ਹੋ ਗਈ ਆ ਪਈ ਕਾਰਪੋਰੇਟ ਅਦਾਰੇ ਦੇਸ਼ ਨੂੰ ਚਲਾ ਰਹੇ ਆ ਉਹ ਹਾਵੀ ਆ ਔਰ ਸਰਕਾਰ ਤੇ ਉਹਨਾਂ ਦਾ ਪੂਰਾ ਦਬਾਅ ਹੈ ਇਸ ਵੇਲੇ ਜੀ ਅੱਛਾ ਇੱਥੇ ਰੁਕਦੇ ਹਾਂ ਅਸੀਂ ਇੱਕ ਹੋਰ ਛੋਟੇ ਜਿਹੇ ਬ੍ਰੇਕ ਦੇ ਲਈ ਮਿਲਦੇ ਹਾਂ ਬ੍ਰੇਕ ਦੇ ਉਸ ਪਾਰ ਤੇ ਕਰਦੇ ਹਾਂ ਹੋਰ ਖਬਰਾਂ ਦੇ ਉੱਤੇ ਵੀ ਚਰਚਾ ਦੇਖਦੇ ਰਹੋ ਪੰਜਾਬ ਮੇਲ USA TV ਦੁਨੀਆ ਨੂੰ ਜਾਣੋ ਪੰਜਾਬ ਮੇਲ USA ਚੈਨਲ ਦੇ ਨਾਲ ਸੰਸਾਰ ਭਰ ਦੀਆਂ ਖਬਰਾਂ ਜਾਣਨ ਲਈ ਖਬਰਾਂ ਦੀ ਡੂੰਘਾਈ ਤੱਕ ਪਹੁੰਚਣ ਲਈ ਰੋਜ਼ ਵੇਖੋ ਪੰਜਾਬ ਮੇਲ ਅਖਬਾਰਨਾਮਾ ਸਿਰਫ ਪੰਜਾਬ ਮੇਲ USA ਚੈਨਲ ਬ੍ਰੇਕ ਤੋਂ ਬਾਅਦ ਇੱਕ ਵਾਰ ਫਿਰ ਤੋਂ ਤੁਹਾਡਾ ਸਵਾਗਤ ਹੈ ਤੁਸੀਂ ਦੇਖ ਰਹੇ ਹੋ ਪ੍ਰੋਗਰਾਮ ਖਬਰ ਜੰਕਸ਼ਨ ਸਤੀ ਸਾਹਿਬ ਇੱਕ ਜਿਹੜੀ ਚੰਗੀ ਲੀਹ ਦੇ ਨਾਲ ਜੁੜੀ ਸੀ ਮੈਂ ਗੱਲ ਕਰ ਰਿਹਾ ਸ਼੍ਰੋਮਣੀ ਅਕਾਲੀ ਦਲ ਦੀ ਜਦੋਂ 1920 ਨੂੰ ਇਹ ਪਾਰਟੀ ਜਿਹੜੀ ਹੈ ਜਥੇਬੰਦੀ ਬਣਦੀ ਹੈ ਉਦੋਂ ਇਹਦਾ ਮਨਸ਼ਾ ਬਹੁਤ ਚੰਗਾ ਸੀਗਾ ਬਹੁਤ ਸਾਰੇ ਕੰਮ ਵੀ ਕੀਤੇ ਇਹਨਾਂ ਨੇ ਪਰ ਜਿੱਦਾਂ ਜਿੱਦਾਂ ਸਮਾਂ ਬਦਲਦਾ ਗਿਆ ਇਹਨਾਂ ਦੀ ਤੂਤੀ ਜਿਹੜੀ ਹੈ ਉਹ ਕੁਝ ਹੋਰ ਹੀ ਹੁੰਦੀ ਰਹੀ ਦੇਖੋ ਕੱਲ ਸ਼ਤਾਬਦੀ ਸਮਾਰੋਹ ਸੀਗੇ ਸ਼੍ਰੋਮਣੀ ਅਕਾਲੀ ਦਲ ਬਾਦਲ ਜਿਹੜਾ ਆ ਉਹਦੇ ਆਗੂ ਸਾਰੇ ਇਕੱਠੇ ਹੁੰਦੇ ਆ ਸ਼੍ਰੀ ਅਕਾਲ ਤਖਤ ਸਾਹਿਬ ਤੇ ਅਰਦਾਸ ਹੁੰਦੀ ਆ ਉਸ ਤੋਂ ਬਾਅਦ ਜਿਹੜਾ ਸਮਾਗਮ ਕਰਦੇ ਨੇ ਤੇ ਇਹਨਾਂ ਦੇ ਸਾਰੇ ਆਗੂ ਬਿਕਰਮ ਸਿੰਘ ਮਜੀਠੀਆ ਡਾਕਟਰ ਦਲਜੀਤ ਸਿੰਘ ਚੀਮਾ ਹੋਰੀ ਬੀਬੀ ਹਰਸਿਮਰਤ ਕੌਰ ਬਾਦਲ ਹੋਰੀ
ਇਹ ਸਾਰੇ ਜਿਹੜੇ ਪ੍ਰੇਮ ਸਿੰਘ ਚੰਦੂ ਮਾਜਰਾ ਹੋਰੀ ਲਾ ਲਓ, ਵਿਰਸਾ ਸਿੰਘ ਵਲਟੋਹਾ ਹੋਰੀ, ਇਹਨਾਂ ਨੇ ਕੱਲ੍ਹ ਕਿਹਾ ਵੀ ਇੱਕ ਤਾਂ ਅਸੀਂ ਦੇਸ਼ ਜਿਹੜਾ ਸੰਘੀ ਢਾਂਚਾ ਆ ਉਹਦੀ ਸਥਾਪਨਾ ਲਈ ਹਮ ਖਿਆਲ ਪਾਰਟੀਆਂ ਨੂੰ ਨਾਲ ਲੈ ਕੇ ਜਿਹੜਾ ਇੱਕ ਮੁਹਿੰਮ ਛੇੜਾਂਗੇ, ਠੀਕ ਹੈ। ਅਤੇ ਕੱਲ੍ਹ ਇਹਨਾਂ ਨੇ ਜਿਹੜਾ ਇਹੋ ਜਿਹਾ ਅਹਿਦ ਕੀਤੇ ਨੇ ਉੱਥੇ, ਨਾਲ ਦੀ ਨਾਲ ਗੋਲਡਨ ਗੇਟ 'ਤੇ ਅੰਮ੍ਰਿਤਸਰ ਦੇ ਬਾਹਰ ਫਿਰ ਇਹਨਾਂ ਨੇ ਜਿਹੜਾ ਆ ਉਹ ਧਰਨਾ ਵੀ ਲਾਇਆ, ਠੀਕ ਹੈ, ਜਿਹੜਾ ਕਿਸਾਨਾਂ ਦੀ ਹਮਾਇਤ ਦੇ ਵਿੱਚ। ਅਤੇ ਪੱਤਰਕਾਰ ਪੁੱਛਦੇ ਆ ਵੀ ਭਾਈ ਤੁਸੀਂ ਉੱਥੇ ਕਿਉਂ ਨਹੀਂ ਜਾਂਦੇ ਦਿੱਲੀ, ਤਾਂ ਉਹ ਕਹਿੰਦੇ ਭਈ ਦਿੱਲੀ ਅਸੀਂ ਤਾਂ ਨਹੀਂ ਜਾਂਦੇ ਭਈ ਫਿਰ ਉਹ ਇਸ ਤਰ੍ਹਾਂ ਲੱਗਦਾ ਵੀ ਇਹ ਸਿਆਸੀ ਪਾਰਟੀਆਂ ਦੇ ਵਿੱਚ ਸ਼ਾਮਲ ਨੇ। ਖੈਰ ਆਪਾਂ ਇਹਨਾਂ ਦੀ ਅਗਲੀ ਗੱਲ 'ਤੇ ਆਉਂਦੇ ਹਾਂ ਭਈ ਦਲ ਖਾਲਸਾ ਨੇ ਕੱਲ੍ਹ ਹਰਚਰਨਜੀਤ ਸਿੰਘ ਧਾਮੀ ਉਹਨਾਂ ਦੇ ਲੀਡਰ ਨੇ, ਉਹ ਕਹਿੰਦੇ ਵੀ ਅਕਾਲੀ ਦਲ ਆਪਣੇ ਮੂਲ ਸਿਧਾਂਤਾਂ ਤੋਂ ਪਿੱਛੇ ਹਟ ਚੁੱਕਾ। ਮੂਲ ਸਿਧਾਂਤ ਕਿਹੜੇ ਸੀ? ਸਿੱਖੀ ਦੀ ਪ੍ਰਫੁੱਲਤਾ ਤੇ ਸਿੱਖਾਂ ਦੀਆਂ ਸਿਆਸੀ ਇਛਾਵਾਂ ਦੀ ਪੂਰਤੀ ਲਈ ਅਕਾਲੀ ਦਲ ਦੀ ਸਥਾਪਨਾ ਹੋਈ ਸੀ। ਪਰ ਕਹਿੰਦੇ ਭਈ ਇਹ ਜਿਹੜਾ ਇਸ ਵੇਲੇ ਮੌਜੂਦਾ ਅਕਾਲੀ ਦਲ ਆ, ਇਹ ਸਿੱਖੀ ਦੇ ਇਤਿਹਾਸ ਤੋਂ ਤੇ ਰਵਾਇਤਾਂ ਤੋਂ ਕੋਹਾਂ ਦੂਰ ਚਲੇ ਗਿਆ ਹੈ। ਫਿਰ ਉਹ ਉਦਾਹਰਨਾਂ ਦਿੰਦੇ ਆ ਵੀ ਬਰਗਾੜੀ, ਬਹਿਬਲ ਕਲਾਂ ਕਾਂਡ ਹੋਏ ਜਿਹੜੇ ਗੋਲੀ ਕਾਂਡ, ਉਸ ਤੋਂ ਬਾਅਦ ਡੇਰਾ ਸਿਰਸਾ ਨੂੰ ਮਾਫੀ ਦਿੱਤੀ ਜਾਂਦੀ ਆ, ਪੁਲਿਸ ਅਧਿਕਾਰੀਆਂ ਦੀ ਸਰਪ੍ਰਸਤੀ ਕਰਦੇ ਆ, ਇਹ ਪੁਸ਼ਤਪਨਾਹੀ ਕਰਦੇ ਆ ਭਈ ਜਿਨ੍ਹਾਂ ਦੇ ਵਿੱਚ DGP ਸਮੇਤ ਸਿੰਘ ਸੈਣੀ ਆ, ਭਈ ਜਿਹਨੂੰ ਕਾਤਲ ਸੈਣੀ ਵੀ ਕਹਿੰਦੇ ਨੇ ਲੋਕ, ਭਈ ਉਹ ਇੰਨੇ ਵਿਰੋਧ ਦੇ ਬਾਵਜੂਦ ਇਹ ਉਹਨੂੰ DGP ਵੀ ਬਣਾਉਂਦੇ ਨੇ, ਠੀਕ ਹੈ। ਉਹ ਕਹਿੰਦੇ ਭਈ ਦਲ ਖਾਲਸਾ ਵਾਲਿਆਂ ਨੇ ਕਿਹਾ ਵੀ ਇਹ ਤਾਂ ਸਿੱਖੀ ਦੇ ਇਤਿਹਾਸ ਨੂੰ ਕਲੰਕਿਤ ਕੀਤਾ ਮੌਜੂਦਾ ਆਗੂਆਂ ਨੇ, ਔਰ ਇਹਦੇ ਨਾਲ ਹੀ ਅਕਾਲੀ ਦਲ ਜਿਹੜਾ ਅੰਮ੍ਰਿਤਸਰ ਆ, ਉਹਨੇ ਵੀ ਸੱਦਾ ਦਿੱਤਾ ਵੀ ਇਸ ਵੇਲੇ ਅਕਾਲੀ ਦਲ ਜਿਹੜਾ ਆ, ਸ਼੍ਰੋਮਣੀ ਅਕਾਲੀ ਦਲ, ਇਹਨੂੰ ਇੱਕ ਪਰਿਵਾਰ ਦੇ ਕਬਜ਼ੇ 'ਚੋਂ ਮੁਕਤ ਕਰਵਾਉਣ ਦਾ ਵੇਲਾ ਹੈਗਾ, ਹੈ ਨਾ। ਅਤੇ ਨਾਲ ਜਿਹੜੇ ਅਕਾਲੀ ਦਲ ਡੈਮੋਕ੍ਰੇਟਿਕ ਦੇ ਲੀਡਰ ਨੇ ਸੁਖਦੇਵ ਸਿੰਘ ਢੀਂਡਸਾ ਹੋਰੀ, ਉਹ ਕਹਿੰਦੇ ਵੀ ਇਸ ਵੇਲੇ ਜਿਹੜੀ ਆ ਅਕਾਲੀ ਦਲ ਇਹ ਵਪਾਰੀਆਂ ਅਤੇ ਮਾਫੀਆ ਵਾਲੇ ਲੋਕਾਂ ਦੀ ਪਾਰਟੀ ਬਣ ਚੁੱਕੀ। ਬਾਕੀ ਜਿਵੇਂ ਗੱਲ ਰੇਤ ਮਾਫੀਆ ਦੀ ਕਰ ਲਈਏ, ਕਾਰਪੋਰੇਟ ਘਰਾਣਿਆਂ ਦੀ ਗੱਲ ਕਰ ਲਈਏ, ਤੇ ਉਹ ਗੱਲ ਤੇ ਇਹ ਹੈ ਨਾ ਕਿ ਬਾਦਲ ਸਾਹਿਬ ਹੁਣਾਂ ਦਾ ਕਹਿੰਦੇ ਉੜਦੀ ਖਬਰ ਹੈ ਕਿ ਹਰ ਜਿਹੜਾ ਧੰਦਾ ਹੈ ਇਹਨਾਂ ਦਾ ਥੋੜਾ ਸ਼ੇਅਰ ਉਹਦੇ ਵਿੱਚ ਹੈਗਾ ਆ। ਸੋ ਕਿਤੇ ਨਾ ਕਿਤੇ ਦੇਖੋ, ਜੇ ਆਪਾਂ ਗੱਲ ਕਰਨੀ ਪੰਜਾਬ ਦੇ ਹਿੱਤ ਦੀ, ਤੁਹਾਨੂੰ ਲੱਗਦਾ ਹੈ ਕਿ ਘਾਣ ਜਿਹੜੀ ਹੈ, ਜਾਂ ਇਹ ਕਹਿ ਲਓ ਕਿ ਘੁਣ ਵਾਂਗੂ ਇਹਨਾਂ ਨੇ ਖਾਧਾ ਪੰਜਾਬ ਨੂੰ? ਦੇਖੋ ਇਸ ਵੇਲੇ ਜੋ ਦਿਸਦਾ ਆ, ਇਹ ਭਈ ਅਕਾਲੀ ਦਲ ਨੇ ਮੌਜੂਦਾ ਲੀਡਰਾਂ ਨੇ ਇਹਦਿਆਂ ਨੇ ਸਭ ਤੋਂ ਵੱਧ ਨੁਕਸਾਨ ਸਿੱਖੀ ਦਾ ਕੀਤਾ। ਸਿੱਖੀ ਦੀ ਪ੍ਰਫੁੱਲਤਾ ਲਈ ਕੀ ਕਰ ਰਹੇ ਆ, ਕਿੰਨਾ ਧਨ ਆਉਂਦਾ, ਸ਼੍ਰੋਮਣੀ ਕਮੇਟੀ ਤੇ ਵੀ ਅਕਾਲੀ ਦਲ ਕਾਬਜ਼ ਆ, ਠੀਕ ਆ, ਪ੍ਰਚਾਰ ਪ੍ਰਸਾਰ ਲਈ ਇਹ ਕਿੰਨੇ ਪੈਸੇ ਖਰਚਦੇ ਆ। ਫਿਰ ਜਿਹੜੇ ਲੋਕਾਂ ਦੇ ਰੱਦ ਕੀਤੇ ਹੋਏ ਆਗੂ ਆ, ਉਹਨਾਂ ਨੂੰ ਇਹ ਬਾਰ-ਬਾਰ ਅੱਗੇ ਲਿਆ ਰਹੇ ਨੇ। ਬੀਬੀ ਜਗੀਰ ਕੌਰ ਜਿਹੜੇ ਸ਼੍ਰੋਮਣੀ ਅਕਾਲੀ ਦਲ ਦੀ ਹੁਣ ਇਹਨਾਂ ਨੇ ਪ੍ਰਧਾਨ ਜਿਹੜੇ ਹੈ ਉਹ ਬਕਾਇਦਾ ਚੁਣ ਲਏ ਨੇ। ਕਿਤੇ ਨਾ ਕਿਤੇ ਲੋਕ ਸਭ ਜਾਣਦੇ ਨੇ। ਇੱਕ ਬੰਨੇ ਆਪਾਂ ਕਹਿੰਦੇ ਆ ਵੀ ਜਿਹੜਾ ਸਿੱਖ ਧਰਮ ਦੇ ਵਿੱਚ ਕੁੜੀ ਮਾਰ ਨੜੀ ਮਾਰਾਂ ਨੂੰ ਦੇ ਸਮਾਜਿਕ ਬਾਈਕਾਟ ਦਾ ਸਿੱਖ ਧਰਮ 'ਚ ਸੱਦਾ ਆਉਂਦਾ ਵੀ ਉਹਨਾਂ ਨਾਲ ਮਿਲਵਰਤਨ ਨਹੀਂ ਰੱਖਣਾ, ਅਤੇ ਸਾਡੇ ਹੁਣ ਮੌਜੂਦਾ ਮੁਖੀ ਜਿਹੜੇ ਆ ਉਹਨਾਂ 'ਤੇ ਆਪਣੀ ਕੁੜੀ ਨੂੰ ਮਾਰਨ ਦਾ ਦੋਸ਼ ਲੱਗ ਚੁੱਕਾ ਔਰ ਜੇਲ੍ਹ 'ਚ ਰਹੇ ਆ ਉਹਦੇ ਲਈ। ਬਿਲਕੁਲ ਠੀਕ ਹੈ ਨਾ। ਉਹ ਗੱਲ ਵੱਖਰੀ ਕਿ ਇਹਨਾਂ ਨੇ ਆਪਣਾ ਪੋਲੀਟੀਕਲ ਰਸੂਖ ਵਰਤ ਕੇ ਬਾਅਦ 'ਚੋਂ ਉਹਨਾਂ ਨੂੰ ਕਢਾ ਲਿਆ ਆ, ਪਰ ਫਿਰ ਵੀ ਮੈਂ ਉਹੀ ਗੱਲ ਕਹਿ ਰਿਹਾ ਕਿ ਲੋਕ ਜਿਹੜੇ ਨੇ ਉਹ ਸਭ ਜਾਣਦੇ ਨੇ, ਸਭ ਨੂੰ ਪਤਾ ਹੈ, ਔਰ ਧਰਮ ਦੇ ਵਿੱਚ ਵੀ ਜਿਹੜੀ ਹੈ ਘੁਣ ਇਹਨਾਂ ਨੇ ਲਾਇਆ ਹੈ। ਔਰ ਜੇ ਕਹਿ ਲਈਏ ਕਿ ਪੰਜਾਬ ਨੂੰ ਜੇ ਖਾਧਾ ਹੈ ਤਾਂ ਉਹ ਵੀ ਇਹਨਾਂ ਨੇ। ਧਾਰਮਿਕ ਸੰਸਥਾਵਾਂ ਦੇ ਮੁਖੀਆਂ ਨੂੰ ਕੱਲ੍ਹ ਕਹਿ ਰਹੇ ਸੀ ਵੀ ਪੰਜਾਬ ਨੂੰ ਮੈਂ ਉਹ ਕੈਲੀਫੋਰਨੀਆ ਅਤੇ ਦੂਸਰੇ 15 ਸਾਲ ਇਹਨਾਂ ਦਾ ਰਾਜ ਰਿਹਾ, ਅਤੇ ਉਦੋਂ ਤਾਂ ਇਹਨਾਂ ਨੂੰ ਚੇਤਾ ਨਹੀਂ ਆਇਆ, ਨਾ ਹੀ ਉਦੋਂ ਇਹਨਾਂ ਨੂੰ ਅਨੰਦਪੁਰ ਸਾਹਿਬ ਦਾ ਮਤੇ ਦਾ ਚੇਤਾ ਆਉਂਦਾ, ਨਾ ਹੀ ਦੇਸ਼ ਦੇ ਸੰਘੀ ਢਾਂਚੇ ਨੂੰ ਲੱਗ ਰਹੇ ਖੋਰੇ ਦਾ ਚੇਤਾ ਆਉਂਦਾ ਹੈਗਾ। ਸੋ ਜਦੋਂ ਸੱਤਾ ਤੋਂ ਬਾਹਰ ਹੁੰਦੇ ਆ ਉਦੋਂ ਇਹ ਸਾਰੀਆਂ ਗੱਲਾਂ ਜਿਹੜੀਆਂ ਆ, ਉਦੋਂ ਪੰਥ ਖਤਰੇ 'ਚ ਹੋ ਜਾਂਦਾ। ਜਦੋਂ ਇਹ ਸੱਤਾ 'ਚ ਹੁੰਦੇ ਆ ਉਦੋਂ ਪੰਥ ਦੇ ਨਾਂ 'ਤੇ ਇਹ ਮਤਲਬ ਹੋਰ ਕਿਸਮ ਦੀਆਂ ਰੋਟੀਆਂ ਸੇਕਦੇ ਆ, ਹੈ ਨਾ। ਬਾਕੀ ਕਿਤੇ ਨਾ ਕਿਤੇ ਜਦੋਂ ਆਪਾਂ ਗੱਲ ਕਰਦੇ ਹਾਂ ਸ਼੍ਰੋਮਣੀ ਅਕਾਲੀ ਦਲ ਦੀ, ਇਹ ਜਦੋਂ 1920 ਦੇ ਵਿੱਚ ਸ਼ੁਰੂ ਹੁੰਦੀ ਹੈ ਅਤੇ ਪੰਜਾਬ ਦੇ ਵਿੱਚ ਇੱਕ ਬਦਲੀ ਨੁਹਾਰ ਆਉਂਦੀ ਹੈ। ਪੰਜਾਬ ਨੇ ਬਹੁਤ ਤਰੱਕੀ ਵੀ ਕੀਤੀ ਇਹਨਾਂ ਦੀ ਹੋਂਦ ਦੇ ਵਿੱਚ, ਪਰ ਜਿਵੇਂ ਜਿਵੇਂ ਟਾਈਮ ਟੱਪਦਾ ਗਿਆ ਇਹ ਕਾਰਪੋਰੇਟ ਘਰਾਣਿਆਂ ਦੀ ਬੋਲੀ ਬੋਲਣੀ ਸ਼ੁਰੂ ਕਰ ਦਿੱਤੀ। ਆਪਣੇ ਪਰਸਨਲ ਹਿੱਤਾਂ ਦੇ ਲਈ, ਆਪਣੇ ਨਿੱਜੀ ਹਿੱਤਾਂ ਦੇ ਲਈ ਇਹ ਪਾਰਟੀ ਕੰਮ ਕਰਨਾ ਸ਼ੁਰੂ ਕਰ ਰਹੀ। ਇਹ ਸੀ ਸਾਡਾ ਅੱਜ ਦਾ ਖਬਰ ਜੰਕਸ਼ਨ। ਤੁਸੀਂ ਦੇਖਦੇ ਰਹੋ ਤਾਜ਼ਾ ਖਬਰਾਂ ਦੇ ਲਈ ਪੰਜਾਬ ਮੇਲ USA TV। ਸਤੀ ਸਾਹਿਬ ਤੁਹਾਡਾ ਬਹੁਤ ਬਹੁਤ ਧੰਨਵਾਦ। ਧੰਨਵਾਦ ਜੀ। ਧੰਨਵਾਦ।